ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿਗੋਬਿੰਦ ਸੁਮਤ ਪਰਕਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਸੋਈਆ ਬਲਵੰਡ ਬੜੇ ਭੁਜ ਦੰਡ ਪ੍ਰਚੰਡ ਅਖੰਡ ਦੰਡ ਕਰੇ ਖਲਖੰਡਾ ਰਨ ਮੰਡ ਓਮੰਡ ਕਮੰਡਤ ਚੰਡ ਅਖੰਡਲ ਕੀਅਰ ਕੀਨ ਬਿਹੰਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਕਈ ਦਿਨਾਂ ਤੋਂ ਆਪਾਂ ਜੋ ਗੁਰੂ ਨਾਨਕ ਜੀਵਨ ਪ੍ਰਕਾਸ਼ ਆਰੰਭ ਕੀਤਾ ਹੈ, ਸੂਰਜ ਪ੍ਰਕਾਸ਼ ਵਿੱਚੋਂ ਪਹਿਲਾ ਭਾਗ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ, ਪ੍ਰਕਾਸ਼ ਕਿਵੇਂ ਹੁੰਦਾ, ਕਿਵੇਂ ਸੰਸਾਰ ਦਾ ਉਧਾਰ ਕਰਦੇ ਆ। ਭਾਈ ਸਾਹਿਬ ਜੀ ਨੇ ਅਨੇਕਾਂ ਤਰ੍ਹਾਂ ਦੇ ਮੰਗਲਾ ਚਰਨ ਉਚਾਰਨ ਕੀਤੇ। ਹੁਣ ਅੱਗੇ ਕਥਾ ਚੱਲਣੀ ਹੈ ਗੁਰੂ ਪਾਤਸ਼ਾਹ ਜੀ ਦੇ ਜਨਮ ਦੀ। ਉਸ ਤੋਂ ਪਹਿਲਾਂ ਪਰਮੇਸ਼ਰ ਦੀ ਸਿਫਤ ਕਰਦੇ ਹੋਏ ਅਤੇ ਆਪਣੀ ਅਰਾਧਿਆ ਜੋ ਕਵੀ ਸਰਸਵਤੀ ਦੇਵੀ ਨੂੰ ਪੂਜਦੇ ਹਨ, ਉਸ ਦਾ ਮੰਗਲ ਕਰਕੇ ਫਿਰ ਅੱਗੇ ਕਥਾ ਆਰੰਭ ਕਰਦੇ ਹਨ। ਔਰ ਆਪਾਂ ਵੀ ਆਰੰਭ ਕਰੀਏ ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ, ਬੁਲੰਦ ਗੱਲ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸਵਈਆ ਬਲਵੰਡ ਬੜੇ ਭੁਜ ਦੰਡ ਪ੍ਰਚੰਡ ਅਖੰਡ ਅਦੰਡ ਕਰੇ ਖਲਖੰਡਾ। ਇਹ ਮਹਾਨ ਸ਼ਕਤੀ ਦੇ ਸਰੂਪ, ਵੱਡੇ ਬਲਵਾਨ ਤੇਜਵਾਨ, ਲੰਬੀਆਂ ਬਾਹਾਂ ਵਾਲੇ, ਨਾ ਖੰਡੇ ਜਾਣ ਵਾਲੇ, ਭਾਵ ਪਰਮੇਸ਼ਰ ਜਿਸ ਨੂੰ ਕੋਈ ਕੱਟ ਵੱਢ ਨਹੀਂ ਸਕਦਾ, ਨਾ ਖੰਡੇ ਜਾਣ ਵਾਲੇ ਤੇ ਨਾ ਸੋਧੇ ਮਾਰੇ ਜਾਣ ਵਾਲੇ, ਤੁਸੀਂ ਉਹਨਾਂ ਮੂਰਖਾਂ ਦਾ ਨਾਸ਼ ਕਰ ਦਿੱਤਾ ਜਿਨ੍ਹਾਂ ਨੂੰ ਦੁਨੀਆ ਕਹਿੰਦੀ ਸੀ ਇਹ ਤਾਂ ਮਰਦੇ ਹੀ ਨਹੀਂਗੇ, ਹਰਨਾਕਸ਼ ਵਰਗੇ, ਰਾਵਣ ਵਰਗੇ। ਅਤੇ ਰਨ ਮੰਡ ਓਮੰਡ ਕਮੰਡਤ ਚੰਡ ਅਖੰਡਲ ਕੀ ਕਰ ਕੀਨ ਬਿਹੰਡਾ। ਜਿਹੜੇ ਕਹਿੰਦੇ ਸੀ ਕਿ ਸਾਨੂੰ ਕੋਈ ਮਾਰਨ ਵਾਲਾ ਜੰਮਿਆ ਨਹੀਂ, ਇਹ ਅਕਾਲ ਪੁਰਖ ਲੰਬੀਆਂ ਬਾਹਾਂ ਵਾਲੇ ਪਰਮੇਸ਼ਰ, ਜਦੋਂ ਉਹਨਾਂ ਨੇ ਤੇਰੇ ਨਾਲ ਰਣ ਮੰਡਿਆ, ਭਾਵ ਜੰਗ ਕੀਤਾ, ਜਿਵੇਂ ਹਰਨਾਕਸ਼ ਨੂੰ ਮਾਰਨਾ, ਹਰਕਸ਼ਿਪ ਨੂੰ ਮਾਰਨਾ, ਜਦੋਂ ਤੇਰੇ ਨਾਲ ਉਹਨਾਂ ਨੇ ਰਣ ਮੰਡਿਆ, ਜੰਗ ਦੇ ਮੈਦਾਨ ਵਿੱਚ ਆਏ, ਉਮੰਡ ਘਮੰਡਤ ਆਪਣੇ ਹੰਕਾਰ ਵਿੱਚ ਲੜਨ ਲਈ ਉੱਡਦੇ ਆਏ,
ਚਾਂਡੀ ਅਖੰਡ ਲਕੈ ਅਰ ਕੀਨ ਬਿਹੰਡਾ। ਤੇ ਤੁਸੀਂ ਆਪਣੇ ਸ਼ਸਤਰ ਨੂੰ ਚਲਾ ਕੇ, ਧਨੁੱਖ ਆਦਿ ਨੂੰ ਚਲਾ ਕੇ ਉਹਨਾਂ ਦੁਸ਼ਮਣਾਂ ਦਾ ਖਾਤਮਾ ਕਰ ਦਿੱਤਾ ਹੈ ਜੀ। ਕਰ ਹੀਰ ਕਵੰਡੇ ਧੁੰਡੇ ਪੰਡ, ਭਗੇ ਜਸ ਮੰਡਨ ਪਾ ਬ੍ਰਹਮੰਡਾ। ਔਰ ਜਦੋਂ ਉਹਨਾਂ ਨੇ ਤੇਰੇ ਹੱਥ ਵੇਖੇ, ਭਾਵ ਤੇਰਾ ਜੰਗ ਦੇਖਿਆ, ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਫੜਨ ਲਈ ਕਈ ਵਾਰੀ ਗੁਰੂ ਪਿਆਰਿਓ ਔਰੰਗਜ਼ੇਬ ਦੀਆਂ ਜਰਨੈਲ ਫੌਜਾਂ ਆਉਂਦੀਆਂ ਹਨ, ਲੱਖਾਂ ਦੀ ਗਿਣਤੀ ਵਿੱਚ ਵੀ ਫੌਜ ਚੜ੍ਹਾ ਕੇ ਦੇਖ ਲਈ, ਪਰ ਇਹਨਾਂ ਲੰਬੀਆਂ ਬਾਹਾਂ ਵਾਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਕੋਈ ਫੜ ਨਹੀਂ ਸਕਿਆ। ਸਤਿਗੁਰੂ ਗੋਬਿੰਦ ਸਿੰਘ ਜੀ ਦੀਆਂ ਵੀ ਬਾਹਾਂ ਲੰਬੀਆਂ ਹਨ, ਗੋਡਿਆਂ ਤੋਂ ਥੱਲੇ ਹੱਥ ਜਾਂਦਾ ਸੀ, ਉਹਨਾਂ ਜੇ ਸਿੱਧੇ ਖੜੇ ਹੋ ਜਾਂਦੇ। ਤੋ ਇੱਥੇ ਪਰਮੇਸ਼ਰ ਤੇ ਗੁਰੂ ਇੱਕੋ ਹੀ ਸਰੂਪ ਹਨ। ਸਤਿਗੁਰੂ ਪਾਤਸ਼ਾਹ ਪਰਮੇਸ਼ਰ ਦੀ, ਅਕਾਲ ਪੁਰਖ ਦੀ ਸਿਫਤ ਕਰਦੇ ਹੋਏ ਭਾਈ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਰ ਹੇਰ ਕੁਵੰਡ ਹੈ, ਜਦੋਂ ਤੂੰ ਉਹਨਾਂ ਨੂੰ ਦੇਖਦਾ ਹੈ, ਤੁੰਡ ਹੈ ਪੰਡ ਭਗੇ, ਉਹ ਮੂੰਹ ਲੁਕੋ ਕੇ ਭੱਜ ਗਏ ਵੈਰੀ, ਉਹਨਾਂ ਦੇ ਮੂੰਹ ਪੀਲੇ ਹੋ ਗਏ ਤੇ ਭੈ ਖਾ ਕੇ ਨਸ ਗਏ ਜਸ ਮੰਡਨ ਭਾ ਬ੍ਰਹਮੰਡਾ। ਤੇ ਦੁਨੀਆ ਵਿੱਚ ਤੇਰਾ ਜਸ ਹੋਇਆ, ਕਿਉਂਕਿ ਜੰਗ ਦਾ ਮੈਦਾਨ ਤੇਰੇ ਹੱਥ ਆ ਗਿਆ, ਤੂੰ ਜਿੱਤ ਗਿਆ, ਦੁਸ਼ਮਣ ਹਾਰ ਗਏ। ਸਿੱਧਤਾ ਨਿੱਧਤਾ ਰਿੱਧਤਾ ਬੁੱਧਤਾ, ਜੁਦ ਮਦ ਸਹਾਏ ਸਦਾ ਪਵ ਮੰਡਾ। ਹੇ ਰਿੱਧੀਆਂ ਸਿੱਧੀਆਂ ਦੇ ਮਾਲਕਾ, 9 ਨਿੱਧੀਆਂ 18 ਸਿੱਧੀਆਂ ਰਿੱਧੀਆਂ, ਬੁੱਧੀ ਦਾ ਮਾਲਕ ਭਾਵ ਗਿਆਨ ਦਾ ਦਾਤਾ। ਤੋ ਕਵੀ ਲੋਕ ਗੁਰੂ ਪਿਆਰਿਓ ਆਪਣੀ ਅਰਾਧਿਆ ਦੇਵੀ ਸਰਸਵਤੀ ਵਿੱਚ ਵੀ ਪਰਮੇਸ਼ਰ ਨੂੰ ਦੇਖਦੇ ਹਨ। ਉਸ ਨੂੰ ਅਨੇਕਾਂ ਤਰ੍ਹਾਂ ਦੇ ਗੁਰੂ ਪਿਆਰਿਓ ਸ਼ਬਦਾਂ ਦੇ ਨਾਲ ਬਿਆਨ ਕਰਕੇ ਉਹਦੀ ਸਿਫਤ ਕਿਉਂ ਕਰਦੇ ਹਨ ਕਿ ਜਿਨ੍ਹਾਂ ਨੇ ਤੇਰਾ ਆਸਰਾ ਲਿਆ ਤੂੰ ਉਹਨਾਂ ਨੂੰ ਸੰਸਾਰਕ ਵਿਦਿਆ, ਸੁੰਦਰਤਾ ਅਤੇ ਯੁੱਧਾਂ ਵਿੱਚ ਮਦਦ ਕਰਨ ਦਾ ਬਲ ਬਖਸ਼ਦੀ ਹੈ। ਬੰਦੋ ਸੰਤ ਸੰਦੋ ਪਦ, ਜਿਨ ਤੇ ਹੁਤ ਉਧਾਰ। ਮੈਂ ਇਹ ਕਥਾ ਆਰੰਭ ਕਰਾਂ ਉਸ ਤੋਂ ਪਹਿਲਾਂ ਸਾਰੇ ਸੰਤਾਂ ਨੂੰ ਨਮਸਕਾਰ ਕਰਦਾ ਹਾਂ। ਔਰ ਸੰਤ ਕੇਵਲ ਉਹੀ ਨਹੀਂ ਜਿਹੜੇ ਪਿਛਲੇ ਯੁੱਗਾਂ ਵਿੱਚ ਹੋਏ। ਭਾਈ ਸਾਹਿਬ ਜੀ ਕਹਿੰਦੇ ਮੇਰੇ ਸਾਹਮਣੇ ਸੰਗਤ ਵੀ ਸੰਤ ਸਰੂਪ ਬੈਠੀ ਹੈ, ਕਹੋ ਸਤਿਨਾਮ ਸਾਹਿਬ। ਜਿਸ ਤਰ੍ਹਾਂ ਪਾਤਸ਼ਾਹ ਜੀ ਬਾਣੀ ਵਿੱਚ ਕਈ ਵਾਰੀ ਸ਼ਬਦ ਉਚਾਰਨ ਕਰਦੇ ਹਨ ਸੰਤੋ ਸ਼ਬਦ ਦੇ ਨਾਲ, ਤਾਂ ਉਹ ਜਦੋਂ ਸੰਤੋ ਸ਼ਬਦ ਉਚਾਰਨ ਕਰਦੇ ਆ ਤੇ ਉਦੋਂ ਸੰਗਤ ਵਿੱਚ ਬੈਠੇ ਗੁਰਮੁਖਾਂ ਨੂੰ ਕਹਿ ਰਹੇ ਹੈ ਤੁਸੀਂ ਸਾਰੇ ਹੀ ਸੰਤ ਹੋ ਇਸ ਵੇਲੇ, ਕਿਉਂਕਿ ਸਾਡੇ ਦਿਮਾਗ ਦੇ ਵਿੱਚ ਇਸ ਵੇਲੇ ਪਰਮੇਸ਼ਰ ਦੀ ਸਿਫਤ ਸਲਾਹ ਹੈ। ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ ਕਿ ਆਓ ਮੈਂ ਸਾਰੇ ਸੰਤਾਂ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹਾਂ, ਜਿਨ੍ਹਾਂ ਦੀ ਸਦਕਾ ਮੇਰਾ ਉਧਾਰ ਹੋਵੇਗਾ। ਜਮ ਤਮ ਸਮਤ ਹੈ ਤਰਨ ਸੇ, ਭ੍ਰਮ ਕਨ ਬਾਤ ਵਿਚਾਰ। ਔਰ ਜਿਹੜੇ ਸੰਤ ਸੂਰਜ ਦੇ ਸਮਾਨ ਹਨ, ਗਿਆਨ ਦੇ ਦਾਤੇ ਹਨ, ਜਿਨ੍ਹਾਂ ਦੀਆਂ ਗਿਆਨ ਦੀਆਂ ਕਿਰਨਾਂ ਦੇ ਨਾਲ ਮੇਰੀ ਅਗਿਆਨਤਾ ਦਾ ਹਨੇਰਾ ਉੱਡ ਜਾਂਦਾ ਹੈ, ਭਰਮ ਦੇ ਬੱਦਲ ਨਸ ਜਾਂਦੇ ਹਨ। ਇਹ ਸੰਤ ਮਾਨੋ ਗਿਆਨ ਦੀ ਹਨੇਰੀ ਲਿਆਉਂਦੇ ਆ। ਜਦ ਨਾਮਦੇਵ ਜੀ ਦੇ ਅੰਦਰ ਇੱਕ ਕਿਰਪਾ ਹੋਈ, ਕਲਾ ਵਰਤੀ, ਤੇ ਉਹ ਵੀ ਕਹਿੰਦੇ ਦੇਖੋ ਰੇ ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਣੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਧੀ, ਆਂਦੀ ਪਾਛੈ ਜੋ ਜਲ ਵਰਖੈ ਤਿਹ ਤੇਰਾ ਜਨ ਭੀਨਾ। ਕਹਿੰਦੇ ਜਦੋਂ ਅੰਦਰ ਗਿਆਨ ਦੀ ਹਨੇਰੀ ਝੁੱਲਦੀ ਹੈ ਨਾ ਤੇ ਅਗਿਆਨਤਾ ਦੇ ਪਰਖ 'ਚ ਉੱਡ ਜਾਂਦੇ ਆ, ਜਿਵੇਂ ਹਨੇਰੀ ਦੇ ਨਾਲ ਝੌਂਪੜੀਆਂ ਉੱਡ ਜਾਂਦੀਆਂ। ਇਸੇ ਤਰ੍ਹਾਂ ਅੰਦਰੋਂ ਅਗਿਆਨਤਾ ਉੱਡ ਜਾਂਦੀ ਹੈ, ਭਰਮ ਉੱਡ ਜਾਂਦਾ ਹੈ। ਇਹ ਸੰਤ ਕਿਰਪਾ ਕਰਦੇ ਹਨ। ਜਮ ਤਮ ਸਮਤ ਹੈ ਤਰਨ ਸੇ, ਭ੍ਰਮ ਕਨ ਬਾਤ ਵਿਚਾਰ। ਐਸੇ ਸੰਤਾਂ ਨੂੰ ਮੈਂ ਨਮਸਕਾਰ ਕਰਦਾ ਜਿਨ੍ਹਾਂ ਦੀ ਸੰਗਤ ਕਰਕੇ ਜਮਾਂ ਦਾ ਡਰ, ਅਗਿਆਨਤਾ ਦਾ ਹਨੇਰਾ ਜਿਹੜਾ ਹੈ ਬੱਦਲਾਂ ਦੀ ਨਿਆਈ ਉੱਡ ਜਾਂਦਾ। ਜਦੋਂ ਹਵਾ ਆਉਂਦੀ ਹੈ, ਹਨੇਰੀ ਆਉਂਦੀ ਹੈ, ਬੱਦਲ ਉੱਡ ਜਾਂਦੇ ਹਨ। ਚੌਪਈ ਮੋਰ ਮਨੋਰਥ ਭਿਓ ਜਹਾਜੂ, ਸਿੰਧ ਜੇ ਬਿਗਨ ਅਥਾਈ ਸਮਾਜੂ। ਕਥਾ ਆਰੰਭ ਕਰਨ ਤੋਂ ਪਹਿਲਾਂ ਪਰਮੇਸ਼ਰ ਗੁਰੂ ਅੱਗੇ ਇੱਕ ਫਿਰ ਅਰਦਾਸ ਕਰਦੇ ਆ ਕਿ ਮੇਰਾ ਇਹ ਜਿਹੜਾ ਮਨੋਰਥ ਹੈ ਨਾ, ਇਹ ਸਮੁੰਦਰੀ ਬੇੜੇ ਵਰਗਾ। ਭਾਵ ਮੇਰਾ ਮਨੋਰਥ ਬਹੁਤ ਵੱਡਾ ਮਕਸਦ ਹੈ। ਜਿਸ ਵੇਲੇ ਉਹਨਾਂ ਨੇ ਕਥਾ ਲਿਖਣੀ ਸ਼ੁਰੂ ਕੀਤੀ, ਉਹਨੇ ਸਾਹਮਣੇ ਆ ਕਿ 10 ਗੁਰੂਆਂ ਦਾ ਇਤਿਹਾਸ ਲਿਖਣਾ ਉਹ ਛੋਟੀ ਮੋਟੀ ਗੱਲ ਨਹੀਂ ਹੈ। 10 ਗੁਰੂਆਂ ਦਾ 239 ਸਾਲਾਂ ਦਾ ਇਤਿਹਾਸ।
ਉਹਨੂੰ ਲਿਖਣਾ ਆਰੰਭ ਕਰਦੇ ਆ ਪਹਿਲੀ ਪੋਥੀ ਬਾਬੇ ਨਾਨਕ ਤੋਂ। ਇਸ ਲਈ ਕਹਿੰਦੇ ਮੇਰਾ ਮਨੋਰਥ ਬਹੁਤ ਵੱਡਾ ਹੈ, ਮੇਰਾ ਮਕਸਦ ਬਹੁਤ ਵੱਡਾ ਹੈ। ਜਿਵੇਂ ਮੰਨੋ ਕੋਈ ਸਮੁੰਦਰ ਦੇ ਵਿੱਚ ਆਪਣਾ ਸਮੁੰਦਰੀ ਬੇੜਾ ਉਤਾਰ ਲਵੇ ਤੇ ਉਸ ਨੂੰ ਪਾਰ ਲਾਉਣਾ ਚਾਹੇ, ਤੇ ਪਰ ਇਹ ਨਹੀਂ ਪਤਾ ਕਿ ਸਮੁੰਦਰ ਦੇ ਵਿਚਾਲੇ ਕਦੋਂ ਲਹਿਰਾਂ ਦੀਆਂ ਛੱਲਾਂ ਆ ਜਾਣ ਤੇ ਸਮੁੰਦਰੀ ਬੇੜੇ ਦਾ ਮੂੰਹ ਘੁਮਾ ਦੇਣ। ਭਾਵ ਮੇਰਾ ਮਕਸਦ ਜਿਹੜਾ ਬੜਾ ਤਕੜਾ ਹੈ, ਮੈਂ ਸੰਸਾਰ ਸਮੁੰਦਰ ਦੇ ਵਿੱਚ ਇਸ ਨੂੰ ਉਤਾਰਿਆ ਹੈ, ਕਿਰਪਾ ਕਰੋ। ਕਰਨ ਧਾਰ ਕਰੀ ਗੁਰ ਕਰਨਾ, ਤਬ ਪਹੁੰਚੋ ਤਟ ਕਰ ਤਿਨ ਪਰਨਾ। ਤੁਸੀਂ ਕਿਰਪਾ ਕਰਿਓ ਮਹਾਰਾਜ, ਇਹ ਜਿਹੜਾ ਸਮੁੰਦਰੀ ਬੇੜੇ ਵਰਗਾ ਮੇਰਾ ਕਾਰਜ ਹੈ, ਇੱਧਰਲੇ ਕਿਨਾਰੇ ਤੋਂ ਪਰਲੇ ਕਿਨਾਰੇ ਸਹੀ ਸਲਾਮਤ ਪਹੁੰਚ ਜਾਵੇ। ਭਾਵ ਬਾਬੇ ਨਾਨਕ ਤੋਂ ਲੈ ਕੇ 10ਵੇਂ ਪਾਤਸ਼ਾਹ ਖਾਲਸਾ ਪੰਥ ਤੱਕ ਇਹ ਸਾਰਾ ਇਤਿਹਾਸ ਮੈਂ ਲਿਖਣਾ ਛੰਦਾਬੰਦੀ ਵਿੱਚ। ਜਿਸ ਤਰ੍ਹਾਂ ਕੋਈ ਸਮੁੰਦਰੀ ਬੇੜੇ ਵਾਲਾ ਮਲਾਹ ਕਹਿੰਦਾ ਹੈ ਕਿ ਮੇਰਾ ਬੇੜਾ ਬੰਨੇ ਲੱਗ ਜਾਵੇ, ਉਸੇ ਤਰ੍ਹਾਂ ਹੀ ਮੇਰਾ ਇਹ ਕਾਰਜ ਸਿਰੇ ਲੱਗ ਜਾਵੇ। ਮਹਾਰਾਜ ਮੈਂ ਬੇਨਤੀ ਕਰਦਾ ਹਾਂ, ਤੁਮਰੋ ਨਾਮ ਨਿਭਾਓ ਲਾਜਾ, ਕਰੋ ਗ੍ਰੰਥ ਪੂਰਨ ਸ਼ੁਭ ਕਾਰਜਾ। ਇਹ ਜਿਹੜਾ ਮੈਂ ਗ੍ਰੰਥ ਆਰੰਭ ਕੀਤਾ ਹੈ, ਤੁਸੀਂ ਕਿਰਪਾ ਕਰਿਓ, ਤੁਹਾਡੇ ਨਾਮ ਦੀ ਤੁਹਾਨੂੰ ਹੀ ਲਾਜ ਹੈ, ਤੁਹਾਡਾ ਹੀ ਕਾਰਜ ਹੈ। ਤੁਸੀਂ ਸਿਰ ਤੇ ਹੱਥ ਰੱਖ ਕੇ ਆਰੰਭ ਕਰਵਾ ਰਹੇ ਹੋ ਤੇ ਪੂਰਾ ਵੀ ਤੁਸੀਂ ਕਰਵਾਉਣਾ ਹੈ। ਆਪਣੇ ਬਿਰਧ ਬਾਣੀ ਦੀ ਲਾਜ ਰੱਖਿਓ ਮਹਾਰਾਜ, ਤਾਂ ਤੇ ਇਹ ਗ੍ਰੰਥ ਜਿਹੜਾ ਹੈ ਸ਼ੁਭ ਗ੍ਰੰਥ, ਜੋ ਇਤਿਹਾਸ ਗੁਰੂਆਂ ਦਾ ਮੈਂ ਰਚਣ ਲੱਗਿਆ ਹਾਂ, ਜਿਹੜਾ ਹੈ ਨਿਰਵਿਘਨਤਾ ਸਹਿਤ ਸੰਪੂਰਨ ਕਰ ਸਕਾਂ। ਤਬ ਕਰਨਾ ਬਿਨ ਅਖਰੇ ਕੋ, ਨ ਉਪਜਤ ਮੁਝ ਹਿਰਦੇ ਬਬੇਕੋ। ਦੇਖੋ ਗੁਰੂ ਪਿਆਰਿਓ, ਭਾਵੇਂ ਕਿ ਅੰਦਰੋਂ ਮਨੁੱਖ ਦੇ ਗਿਆਨ ਪੈਦਾ ਹੋ ਜਾਵੇ, ਉਹ ਲਿਖਣਾ ਸ਼ੁਰੂ ਕਰ ਦੇਵੇ, ਪਰ ਇਹ ਯਾਦ ਰੱਖੇ ਕਿ ਇਹ ਜਿਹੜੇ ਗਿਆਨ ਦੇ ਸ਼ਬਦ ਅੰਦਰੋਂ ਆ ਰਹੇ ਹੈ ਨਾ, ਇਹ ਉਹ ਦੇ ਰਿਹਾ ਤੇ ਕਥਾ ਹੋ ਰਹੀ ਹੈ। ਜਿਸੇ ਭੁਲਾਏ ਆਪ ਪ੍ਰਭ ਤਿਸੇ ਦਿਖਾਵੇ ਕੌਣ, ਜਿਸੇ ਭੁਲਾਏ ਪੰਧ ਸਿਰ। ਜਿਵੇਂ ਐਨ ਮੌਕੇ 'ਤੇ ਆ ਕੇ ਰਸਤਾ ਭੁੱਲ ਜਾਈਏ, ਪੰਧ ਹੁੰਦਾ ਰਸਤਾ। ਜਿਵੇਂ ਅਸੀਂ ਸਿੱਧੇ ਕਿਲ੍ਹਾ ਸਾਹਿਬ ਕੰਨੀ ਆਉਂਦੇ ਆਉਂਦੇ ਕਿਤੇ ਗਲਤ ਰਸਤੇ ਪੈ ਜਾਈਏ, ਦੂਜੇ ਪਾਸੇ ਨਿਕਲ ਜਾਈਏ। ਜਿਸੇ ਭੁਲਾਏ ਪੰਧ ਸਿਰ ਤਿਸੇ ਦਿਖਾਵੇ ਕੌਣ, ਜਿਸੇ ਦਿਖਾਵੇ ਆਪ ਪ੍ਰਭ ਤਿਸੇ ਭੁਲਾਵੇ ਕੌਣ। ਤਾਂ ਭਾਈ ਸਾਹਿਬ ਸੰਤੋਖ ਸਿੰਘ ਕਵੀ ਕਹਿੰਦੇ, ਮੈਂ ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਕਰਦਾ ਕਿ ਮੈਨੂੰ ਕੁਛ ਨਹੀਂ ਆਉਂਦਾਗਾ, ਤਵ ਕਰਨਾ ਬਿਨ ਅੱਖਰ ਏਕੋ, ਮੈਂ ਇੱਕ ਵੀ ਸ਼ਬਦ ਨਹੀਂ ਲਿਖ ਸਕਦਾ ਤੇਰੀ ਦਇਆ ਬਿਨਾ। ਨਹੀਂ ਉਪਜਿਤ ਮੁਝ ਹਿਰਦੇ ਬਵੇਕੋ, ਮੈਨੂੰ ਇੰਨਾ ਗਿਆਨ ਨਹੀਂ ਹੈਗਾ ਕਿ ਮੈਂ ਤੇਰਾ ਇਤਿਹਾਸ ਲਿਖ ਸਕਾਂ। ਆਪ ਕਿਰਪਾ ਕਰੋ, ਮੈਨੂੰ ਸ਼ਬਦ ਦਿਓ। ਛੰਦਾਬੰਦੀ ਕਰਨੀ, ਗੀਤ ਲਿਖਣੇ, ਭਾਵੇਂ ਕੋਈ ਗੰਦੇ ਵੀ ਲਿਖਦਾ ਚੰਗੇ ਵੀ ਲਿਖਦੇ ਆ, ਇਹ ਤਾਂ ਜਿਹੋ ਜਿਹੀ ਪਰਮੇਸ਼ਰ ਦੀ ਕਿਸੇ 'ਤੇ ਕਿਰਪਾ ਹੁੰਦੀ ਆ ਉਹੋ ਜਿਹੀ ਵਰਤਦੀ ਆ। ਇਸੇ ਤਰ੍ਹਾਂ ਇਹ ਜੋ ਭਾਈ ਸਾਹਿਬ ਜੀ ਦਾ ਕਾਰਜ ਹੈ, ਇਹ ਤਾਂ ਬਹੁਤ ਉੱਤਮ ਕਾਰਜ ਹੈ। ਜੈਦੇਵ ਨੇ ਜਿਵੇਂ ਕਹਿਤਾ ਸੀ, ਮੈਂ ਗੋਬਿੰਦ ਗੀਤ ਗ੍ਰੰਥ ਲਿਖਿਆ, ਤੁਹਾਨੂੰ ਦਿਖਾਊਂਗਾ ਪੂਰਨਮਾਸ਼ੀ 'ਤੇ। ਪਰ ਜਦੋਂ ਫਿਰ ਪੂਰਨਮਾਸ਼ੀ ਨੇੜੇ ਆਉਂਦੀ ਹੈ ਤੇ ਗ੍ਰੰਥ ਪੂਰਾ ਨਹੀਂ ਹੁੰਦਾ, ਫਿਰ ਲੇਲੜੀਆਂ ਕੱਢਦਾ ਕਿ ਮੈਨੂੰ ਦੱਸ ਹੁਣ ਮੈਂ ਕੀ ਲਿਖਾਂ, ਤੇ ਫਿਰ ਔੜਦਾ ਨਹੀਂ ਸ਼ਬਦ। ਅਖੀਰ ਪਰਮੇਸ਼ਰ ਨੇ ਆ ਕੇ, ਉਹ ਜਾਣ ਬੁੱਝ ਕੇ ਪਰਮੇਸ਼ਰ ਨੇ ਰੋਕਿਆ, ਪਰਮੇਸ਼ਰ ਨੇ ਆਪ ਸੈਨ ਕੀਤੇ, ਅਖੀਰ ਤੇ ਆਪ ਪੂਰਾ ਕੀਤਾ। ਆਖਰੀ ਸ਼ਬਦ ਉਹਨੇ ਆਪ ਲਿਖੇ। ਤੇ ਜੈਦੇਵ ਪੁੱਛਦਾ, ਸਾਰਾ ਗ੍ਰੰਥ ਮੈਥੋਂ ਲਿਖਵਾ ਲਿਆ ਤੇ ਸਮਾਪਤੀ ਮੈਥੋਂ ਕਿਉਂ ਨਹੀਂ ਕਰਵਾਈ? ਪਰਮੇਸ਼ਰ ਕਹਿੰਦੇ, ਤੈਨੂੰ ਹੰਕਾਰ ਹੋ ਗਿਆ ਸੀਗਾ, ਤੇ ਜਿਹੜਾ ਹੰਕਾਰ ਹੈ ਨਾ, ਉਹ ਮੇਰੇ ਪਿਆਰਿਆਂ ਨੂੰ ਮੈਥੋਂ ਦੂਰ ਕਰ ਦਿੰਦਾ ਹੈ। ਮੈਂ ਨਹੀਂ ਚਾਹੁੰਦਾ ਕਿ ਤੂੰ ਮੇਰਾ ਭਗਤ ਮੈਥੋਂ ਦੂਰ ਹੋ ਜਾਵੇਂ, ਇਸ ਕਰਕੇ ਮੈਂ ਤੈਨੂੰ ਸਮਾਪਤੀ ਨਹੀਂ ਕਰਨ ਦਿੱਤੀ। ਹੁਣ ਤੂੰ ਇਹ ਨਹੀਂ ਕਹਿ ਸਕਦਾ ਮੈਂ ਪੂਰਾ ਲਿਖਿਆ, ਕਹੋ ਸਤਨਾਮ। ਤੇ ਇਸੇ ਤਰ੍ਹਾਂ ਹੀ ਭਾਈ ਸੰਤੋਖ ਸਿੰਘ ਜੀ ਪਹਿਲੇ ਬੇਨਤੀ ਕਰਦੇ ਆ ਕਿ ਮੈਨੂੰ ਕੁਛ ਨਹੀਂ ਆਉਂਦਾਗਾ, ਤੁਸੀਂ ਕਿਰਪਾ ਕਰਿਓ, ਮੈਨੂੰ ਗਿਆਨ ਬਖਸ਼ੋ, ਮੈਂ ਲਿਖ ਸਕਾਂ ਜੀ ਦੋਹਰਾ। ਗੁਰ ਪਗ ਪ੍ਰੇਮ ਸਮੁੰਦਰ ਸਮ, ਸੁਦਾ ਪਰਦ ਕਵਿਤਾ ਸਾ। ਤਾਂ ਗੁਰੂ ਦੇ ਚਰਨ ਜਿਹੜੇ ਹਨ ਸਮੁੰਦਰ ਦੀ ਨਿਆਈ ਹਨ, ਤੇ ਮੇਰੀ ਕਵਿਤਾ ਜਿਹੜੀ ਹੈ ਇਹ ਅੰਮ੍ਰਿਤ ਦਾ ਦਾਤਾ ਹੈ, ਸੁਦਾ ਅੰਮ੍ਰਿਤ। ਇਹ ਮੇਰੀ ਕਵਿਤਾ ਦੇ ਵਿੱਚ ਸਤਿਗੁਰੂ ਤੁਸੀਂ ਅੰਮ੍ਰਿਤ ਭਰ ਦਿਓ, ਰਸ ਭਰ ਦਿਓ। ਸਿੱਖ ਬਿਦਾਰਿਕ ਪੀਵਹੀ, ਨਿਤ ਹੈ ਸਮਤ ਪ੍ਰਕਾਸ਼। ਔਰ ਜਦੋਂ ਸਿੱਖ ਰੂਪੀ ਪਪੀਹੇ ਇਸ ਅੰਮ੍ਰਿਤ ਦੀ ਬੂੰਦ ਰੂਪੀ ਕਥਾ ਨੂੰ ਪੀਣਗੇ ਕੰਨਾਂ ਦੇ ਬਾਟਿਆਂ ਨਾਲ, ਆਪਾਂ ਪੀ ਰਹੇ ਹਾਂ ਨਾ ਹੁਣ ਕੰਨਿਆਂ ਦੇ ਡੋਨਿਆਂ ਨਾਲ, ਸੁਰਤ ਪੀ ਰਹੀ ਹੈ ਸਾਡੀ। ਕਹਿੰਦੇ ਜਦੋਂ ਸਿੱਖ ਰੂਪੀ ਪਪੀਹੇ
ਇਸ ਅੰਮ੍ਰਿਤਮਈ ਕਥਾ ਨੂੰ ਪੀਣਗੇ ਤਾਂ ਉਹਨਾਂ ਨੂੰ ਸੁਮਤ ਆ ਜਾਵੇਗੀ, ਸ਼੍ਰੇਸ਼ਟ ਬੁੱਧੀ ਦਾ ਪ੍ਰਕਾਸ਼ ਹੋਵੇਗਾ। ਤੇਰੀ ਇਹ ਕਥਾ ਉਹਨਾਂ ਨੂੰ ਦੈਂਤਾਂ ਤੋਂ ਦੇਵਤੇ ਬਣਾ ਸਕਦੀ ਹੈ। ਬਲਿਹਾਰੀ ਗੁਰ ਆਪਣੇ ਦਿਓ ਹਾਣੀ ਸੜਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜੇ 100 ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚੰਨ ਹੁੰਦੇ ਆ ਗੁਰਬਿਨ ਘੋਰ ਅੰਧਾਰ। ਇਸ ਕਰਕੇ ਭਾਈ ਸਾਹਿਬ ਜੀ ਇਹ ਕਥਾ ਦੇ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰਕੇ ਅੱਗੇ ਕਥਾ ਆਰੰਭ ਕਰਦੇ ਹਨ। ਚੌਪਈ ਵਿੱਚ ਕਰਤਾਰਪੁਰੇ ਜਗਰਾਏ, ਸ਼੍ਰੀ ਅੰਗਦ ਕੋ ਦੀਨ ਬੜਾਏ। ਆਓ ਜੀ ਹੁਣ ਕਥਾ ਆਰੰਭ ਕਰਦੇ ਹਾਂ। ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਨਗਰ ਕਰਤਾਰਪੁਰ ਸਾਹਿਬ ਦੇ ਵਿੱਚ ਲਹਿਣਾ ਜੀ ਭਾਵ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦੀ ਵਡਿਆਈ ਬਖਸ਼ਦੇ ਹਨ। ਆਪਨ ਕੀਨ ਸੱਚਖੰਡ ਪਿਆਨਾ, ਜੋਤ ਰੂਪ ਬਿਬ ਤਨ ਪਲਟਾਨਾ। ਔਰ ਗੁਰਤਾ ਗੱਦੀ ਦੀ ਦਾਤ ਦੇ ਕੇ ਲਹਿਣਾ ਜੀ ਦੇ ਅੰਦਰ ਰੱਖ ਕੇ ਆਪ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਜਾਂਦੇ ਆ। ਔਰ ਫਿਰ ਕੀ ਹੁੰਦਾ ਹੈ, ਸੱਚਖੰਡ ਚਲੇ ਜਾਂਦੇ ਆ। ਮਾਨੋ ਨਾਨਕ ਜੋਤ ਨੇ ਸਰੀਰ ਬਦਲ ਲਿਆ। ਹੁਣ ਉਹ ਨਾਨਕ ਜੋਤ ਗੁਰੂ ਅੰਗਦ ਦੇ ਰੂਪ ਵਿੱਚ ਪ੍ਰਗਟ ਹੋਈ ਹੈ। ਜੋ ਅਦ ਪਤ ਇੱਕ ਪੋਸ਼ਿਸ਼ ਤਜ ਕੈ, ਵੈਸੇ ਸਭਾ ਦੂਤੀਏ ਤਨ ਸਜ ਕੈ। ਜਿਵੇਂ ਅਧਿਪਤੀ, ਅਧਿ ਕਹਿੰਦੇ ਆ ਧਰਤੀ ਨੂੰ, ਪਤੀ ਕਹਿੰਦੇ ਆ ਰਾਜਾ। ਜਿਵੇਂ ਕਿਸੇ ਧਰਤੀ ਦਾ ਰਾਜਾ ਇੱਕ ਪੁਸ਼ਾਕ ਲਾ ਕੇ ਤੇ ਦੂਜੀ ਪੁਸ਼ਾਕ ਪਾ ਕੇ ਤਖਤ ਤੇ ਆ ਬੈਠੇ, ਇਸੇ ਤਰ੍ਹਾਂ ਨਾਰਾਇਣ ਦੀ ਜੋਤ, ਪਰਮੇਸ਼ਰ ਦੀ ਜੋਤ, ਨਾਨਕ ਸਰੂਪ ਆਪ ਨਾਰਾਇਣ ਕਲਾ ਤਹਾਰ ਜਗ ਮੈਂ ਪਰਵਰਿਓ। ਉਹ ਨਾਨਕ ਸਰੂਪ ਪਹਿਲਾ ਸਰੀਰ ਤਿਆਗ ਕੇ ਦੂਸਰਾ ਸਰੀਰ ਧਾਰਨ ਕਰਕੇ ਆ ਗਿਆ। ਦੂਸਰੇ ਗੁਰੂ ਭਾਵ ਗੁਰੂ ਅੰਗਦ ਦੇਵ ਜੀ ਦੀ ਡਿਊਟੀ ਚੱਲ ਪਈ ਹੈ। ਤਿਉ ਖਡੂਰ ਮੇ ਆਨ ਬਿਰਾਜੇ, ਜਿਨ ਸਿਮਰਨ ਕਲ ਕਲਮਲ ਭਾਜੇ। ਹਾਂ, ਹੁਣ ਕਰਤਾਰਪੁਰਾ ਛੱਡ ਕੇ ਨਾਨਕ ਜੋਤ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਖਡੂਰ ਸਾਹਿਬ ਬਿਰਾਜਮਾਨ ਹੋ ਗਈ ਆ। ਜਿਨ੍ਹਾਂ ਦੇ ਦਰਸ਼ਨ ਕਰਿਆ, ਜਿਨ੍ਹਾਂ ਦਾ ਸਿਮਰਨ ਕਰਿਆ, ਪਾਪਾਂ ਦਾ ਨਾਸ ਹੁੰਦਾ ਹੈ। ਦੋਹਰਾ ਤਖਤ ਬੈਠ ਅੰਗਦ ਗੁਰੂ, ਕੀਨ ਖਡੂਰ ਨਿਵਾਸ। ਮਨੋ ਬਿਰਤੀਆਂ ਲੈ ਜਾਓ ਹੁਣ ਖਡੂਰ ਸਾਹਿਬ। ਕਰਤਾਰਪੁਰ ਜੋਤੀ ਜੋਤ ਸਮਾ ਗਏ ਔਰ ਲਹਿਣਾ ਜੀ ਨੂੰ ਕਹਿੰਦੇ, ਪੁੱਤ ਲਹਿਣਿਆ ਤੂੰ ਚਲਿਆ ਜਾ ਖਡੂਰ ਸਾਹਿਬ, ਇੱਥੇ ਤਾਂ ਮੇਰੇ ਪੁੱਤਰ ਰਹਿਣਗੇ। ਕਿਉਂਕਿ ਫਿਰ ਜੋ ਉੱਥੇ ਰਹਿੰਦੇ ਆ ਤਾਂ ਮੈਂ ਝਗੜਾ ਨਾ ਹੋ ਜੇ ਕੋਈ, ਇਸ ਕਰਕੇ ਪਤਾ ਨਹੀਂ ਹੁੰਦਾ ਨਾ। ਗੁਰਤਾ ਗੱਦੀ ਤਾਕਤ ਬੜੀ ਆ। ਜਿਵੇਂ ਪ੍ਰਿਥੀ ਚੰਦ ਨੇ ਝਗੜਾ ਕੀਤਾ ਤੇ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਹੀ ਇਹ ਕਲਾ ਵਰਤਾਤੀ, ਲੈਣਿਆ ਤੂੰ ਚਲਾ ਜਾ ਖਡੂਰ ਸਾਹਿਬ, ਉੱਥੇ ਬੈਠ ਕੇ ਪ੍ਰਚਾਰ ਕਰ ਸਿੱਖੀ ਦਾ, ਇੱਥੇ ਤਾਂ ਮੇਰੇ ਪੁੱਤਰਾਂ ਨੇ ਰਹਿਣਾ ਹੁਣ। ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਹਨ, ਮਹਾਰਾਜ ਤੁਸੀਂ ਮੈਨੂੰ ਖਡੂਰ ਸਾਹਿਬ ਭੇਜ ਦਿਓ। ਵੈਸੇ ਮੈਂ ਬਚਪਨ ਤੋਂ ਪਹਿਲੇ ਦਿਨ ਤੋਂ ਹੀ ਵਾਅਦਾ ਕੀਤਾ ਕਿ ਤੂੰ ਜੋ ਕਹੋਗੇ ਮੈਂ ਸੱਤ ਕਹਿ ਕੇ ਮੰਨੂਗਾ, ਮੈਂ ਚਲਿਆ ਜਾਊਂ ਖਡੂਰ ਸਾਹਿਬ। ਕਿ ਤੁਹਾਡੇ ਆਖਰੀ ਸਮੇਂ ਮੈਂ ਤੁਹਾਨੂੰ ਮਿਲਣ ਵਾਸਤੇ ਆ ਜਾ। ਤਾਂ ਗੁਰੂ ਨਾਨਕ ਦੇਵ ਕਹਿੰਦੇ ਨਹੀਂ ਤੂੰ ਨਹੀਂ ਆਉਣਾ, ਮੈਂ ਤੇਰੇ ਕੋਲ ਖਡੂਰ ਸਾਹਿਬ ਹੀ ਆਊਂਗਾ। ਕਹੋ ਸਤਨਾਮ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਜਿਹੜੀ ਜੋਤ ਨਾਨਕ ਰੂਪ ਦੇ ਵਿੱਚ ਆਈ ਆ, ਉਹ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਤੇਰੇ ਕੋਲੇ ਖਡੂਰ ਸਾਹਿਬ ਆ ਜਾਊਂਗਾ, ਤੂੰ ਨਹੀਂ ਆਉਣਾ, ਤੂੰ ਉੱਥੇ ਬਹਿ ਕੇ ਪ੍ਰਚਾਰ ਕਰਨਾ ਹੈ। ਇੱਧਰ ਗੁਰੂ ਨਾਨਕ ਦੀ ਜੋਤੀ ਜੋਤ ਸਮਾ ਜਾਂਦੇ ਆ ਔਰ ਸਿੱਖ ਸੰਗਤਾਂ ਡਾਵਾਂਡੋਲ ਹੋ ਜਾਂਦੀਆਂ। ਕਈ ਦਿਨ ਲੰਘ ਜਾਂਦੇ ਆ। ਫਿਰ ਸੰਗਤ ਕਹਿੰਦੀ ਵੀ ਯਾਰ ਆਪਣਾ ਹੁਣ ਮਾਰਗਦਰਸ਼ਨ ਕੌਣ ਕਰੂਗਾ। ਬਾਬਾ ਬੁੱਢਾ ਜੀ ਵਰਗੇ ਸਿਆਣੇ ਸਿੱਖ ਕਹਿੰਦੇ ਵੀ ਗੁਰੂ ਨਾਨਕ ਦੇਵ ਨੇ ਗੁਰੂ ਅੰਗਦ ਦੇਵ ਦੀ ਡਿਊਟੀ ਲਾਈ ਆ, ਉਹ ਕਿੱਥੇ ਨਾ। ਕਹਿੰਦੇ ਵੀ ਉਹਨਾਂ ਨੂੰ ਇੱਕ ਦਿਨ ਬਾਬੇ ਨਾਨਕ ਨੇ ਕਿਹਾ ਸੀਗਾ ਵੀ ਲੈਣੇ ਆ ਭਾਈ ਹੁਣ ਤੂੰ ਖਡੂਰ ਚਲੇ ਆ ਜਾ। ਤੇ ਉਹ ਇੰਨੇ 7 ਵਜਨ ਦੇ ਅਧਿਕਾਰੀ ਸੀ, ਖਡੂਰ ਸਾਹਿਬ 'ਚ ਹੀ ਹੋਣਗੇ। ਫਿਰ ਹੁਣ ਕਿਵੇਂ ਕਰੀਏ, ਸੰਗਤ ਇਕੱਠੀ ਹੋਈ। ਬਾਬਾ ਬੁੱਢਾ ਜੀ ਮੁਖੀ ਉਹਨਾਂ ਦੇ ਨਾਲ, ਭਾਈ ਗੁਰਦਾਸ ਜੀ ਕਹਿੰਦੇ ਚਲੋ ਖਡੂਰ ਸਾਹਿਬ ਲੱਭੀਏ। ਸੰਗਤ ਇਕੱਠੀ ਹੋ ਕੇ ਖਡੂਰ ਸਾਹਿਬ ਚਲੀ ਗਈ। ਖਡੂਰ ਸਾਹਿਬ ਜਾ ਕੇ ਉਹਨਾਂ ਦਾ ਟਿਕਾਣਾ ਸੀ ਮਾਈ ਭਰਾਈ ਦਾ ਘਰ। ਮਾਈ ਭਰਾਈ ਦੇ ਘਰ ਚਲੇ ਗਏ। ਜਾ ਕੇ ਸੰਗਤ ਮਾਈ ਭਰਾਈ ਨੂੰ ਪੁੱਛਦੇ ਆ, ਮਾਤਾ ਜੀ ਇੱਥੇ ਗੁਰੂ ਅੰਗਦ ਦੇਵ ਜੀ ਲਹਿਣਾ ਜੀ ਨਹੀਂ ਆਏ? ਉਹ ਕੁਛ ਨਹੀਂ ਬੋਲਦੇ ਅੱਗੋਂ, ਨਾ ਹਾਂ ਨਾ ਨਾ। ਕਿਉਂਕਿ ਸਤਿਗੁਰੂ ਅੰਗਦ ਦੇਵ ਜੀ ਇੰਨੇ ਬਰਾਗ ਵਿੱਚ ਚਲੇ ਗਏ, ਉਹ ਜਾ ਕੇ ਕਮਰੇ ਵਿੱਚ ਬੈਠ ਗਏ ਔਰ ਮਾਤਾ ਨੂੰ ਕਹਿਤਾ ਕਿ ਇੱਥੇ ਜੇ ਕੋਈ ਮੈਨੂੰ ਆ ਕੇ ਮੇਰੇ ਬਾਰੇ ਪੁੱਛੇ ਤੁਹਾਨੂੰ, ਤਾਂ ਉਹਨੂੰ ਮੇਰੇ ਬਾਰੇ ਦੱਸਣਾ ਨਹੀਂ ਗਾ। ਇਸ ਕਰਕੇ ਨਾ ਝੂਠ ਬੋਲਦੇ ਆ ਨਾ ਸੱਚ ਬੋਲਦੇ ਆ, ਚੁੱਪ ਹੀ ਕਰ ਗਏ।
ਬਾਬਾ ਬੁੱਢਾ ਜੀ ਕਹਿੰਦੇ ਇੱਥੇ ਹੋਣਗੇ, ਵੇਖੋ ਲੱਭੋ ਕਮਰਿਆਂ 'ਚ। ਕਮਰੇ ਵੇਖੇ, ਸਾਰੇ ਕਮਰਿਆਂ 'ਚ ਕਿਤੇ ਨਹੀਂ। ਇਹ ਕਮਰਾ 4 ਛਪੇਰਿਓਂ ਬੰਦ ਆ, 3 ਕੰਧਾਂ ਤਾਂ ਬੰਦ ਹੁੰਦੀਆਂ ਹੀ ਆ, ਚੌਥਾ ਪਾਸਾ ਗੇਟ ਵੀ ਬੰਦ ਆ। ਬਾਬਾ ਬੁੱਢਾ ਜੀ ਕਹਿੰਦੇ ਵੀ ਆਹ ਕਮਰਾ ਬੰਦ ਪਿਆ, ਇਹਦੇ ਵਿੱਚ ਦੇਖੋ। ਕਹਿੰਦੇ ਬਾਬਾ ਬੁੱਢਾ ਜੀ ਨੇ ਉਹ ਗੇਟ ਖੋਲ੍ਹਿਆ ਤੇ ਅੰਦਰ ਵੇਖਦੇ ਆ, ਗੁਰੂ ਅੰਗਦ ਦੇਵ ਜੀ ਅੰਦਰ ਚੌਂਕੜਾ ਮਾਰ ਕੇ ਬੈਠੇ। ਬਾਕੀ ਸੰਗਤ ਬਾਹਰ ਖੜੀ ਹੈ, ਬਾਬਾ ਬੁੱਢਾ ਜੀ ਅੰਦਰ ਗਏ। ਉਹ ਚੌਂਕੜਾ ਮਾਰ ਕੇ ਬੈਠੇ, ਉਹਨਾਂ ਦੇ ਚਰਨ ਘੁੱਟੇ। ਚਰਨ ਘੁੱਟਣ ਤੋਂ ਬਾਅਦ ਗੁਰੂ ਪਿਆਰਿਓ, ਜਦੋਂ ਉਹਨਾਂ ਦੇ ਸੁਰਤ ਬਾਹਰ ਨਿਕਲੀ, ਨੇਤਰ ਮਿਲਾਏ, ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਤੁਸੀਂ ਅੰਦਰ ਵੜ ਕੇ ਬੈਠ ਗਏ ਤੇ ਸੰਗਤ ਡਾਵਾਂਡੋਲ ਹੋ ਗਈ, ਤੁਹਾਡੀ ਡਿਊਟੀ ਲਾਈ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ, ਆਏ ਅੰਦਰ ਬਹਿ ਕੇ ਕਿਵੇਂ ਕੰਮ ਚੱਲੂਗਾ? ਤੁਸੀਂ ਬਾਹਰ ਆ ਕੇ ਸੰਗਤ ਨੂੰ ਦਰਸ਼ਨ ਦਿਓ, ਸੰਗਤ ਦਾ ਮਾਰਗਦਰਸ਼ਨ ਕਰੋ, ਤੁਹਾਨੂੰ ਗੁਰੂ ਬਣਾਇਆ ਗੁਰੂ ਸਾਹਿਬ ਜੀ ਨੇ। ਤੇ ਲਹਿਣਾ ਜੀ ਕਹਿੰਦੇ ਵਿਰਾਗ ਕਰਦੇ ਕਹਿਣ ਲੱਗੇ ਮੈਂ ਕੀ ਕਰਾਂ ਬਾਬਾ ਜੀ, ਮੇਰਾ ਬਹੁਤ ਪਿਆਰਾ ਸਤਿਗੁਰੂ ਮੈਨੂੰ ਸਰੀਰ ਕਰਕੇ ਵਿਛੋੜਾ ਦੇ ਗਿਆ, ਭਾਵੇਂ ਕਿ ਜੋਤ ਉਹਨਾਂ ਦੇ ਵਿੱਚ ਹੀ ਸਮਾਈ ਹੋਈ ਹੈ, ਪਰ ਮੈਂ ਦਰਸ਼ਨ ਕਿਹਦੇ ਕਰਾਂ? ਤੁਸੀਂ ਤਾਂ ਮੇਰੇ ਦਰਸ਼ਨ ਕਰਨ ਆ ਗਏ। ਤੇ ਜਿਸ ਵੇਲੇ ਗੁਰੂ ਪਿਆਰਿਓ ਉਹਨਾਂ ਨੂੰ ਕਮਰੇ 'ਚੋਂ ਸੰਗਤਾਂ ਨੇ ਬੇਨਤੀ ਕਰਕੇ ਬਾਹਰ ਕੱਢਿਆ, ਫਿਰ ਪਲੰਘਾ ਡਾਹਿਆ, ਉਹ ਵਿਛਾਈ ਕੀਤੀ, ਉਹਦੇ ਉੱਤੇ ਬਿਠਾਇਆ ਔਰ ਸੇਵਾ ਪਾਣੀ ਕੀਤੀ, ਸੰਗਤ ਮੂਹਰੇ ਬੈਠ ਕੇ ਦਰੀਆਂ 'ਤੇ। ਫਿਰ ਪਹਿਲਾ ਸ਼ਬਦ ਗੁਰੂ ਅੰਗਦ ਜੀ ਨੇ ਉਚਾਰਿਆ ਸੀਗਾ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜਾ ਰੋਏ, ਜਾਂ ਲਗ ਚਿੱਤ ਨਾ ਆਵੇ, ਜੇ ਤੂੰ ਭੁੱਲ ਜਾਵੇਂ ਤੇ ਮੈਂ ਰੋ ਕੇ ਮਰ ਕਿਉਂ ਨਾ ਜਾਵਾਂ, ਕਹੋ ਸਤਨਾਮ ਸ੍ਰੀ। ਫਿਰ ਉਹ ਦੁਬਾਰਾ ਪ੍ਰਚਾਰ ਕਰਨ ਲੱਗੇ ਸਿੱਖੀ ਦਾ ਖਡੂਰ ਸਾਹਿਬ ਦੇ ਵਿੱਚ। ਉੱਥੇ ਬੈਠੇ ਆ ਤਾਂ ਤਖਤ ਬੈਠੇ ਅੰਗਦ ਗੁਰੂ ਕੀਨ ਖਡੂਰ ਨਿਵਾਸ, ਉੱਥੇ ਬਿਰਾਜਮਾਨ ਹਨ। ਨਾਰਨ ਉਦਾਰਨ ਕਾਰਨੇ ਕਰਤ ਸੋ ਭਗਤ ਪ੍ਰਕਾਸ਼। ਹੁਣ ਬਾਬੇ ਨਾਨਕ ਜੀ ਦੇ ਹੁਕਮ ਨੂੰ ਵਜਾਉਣ ਲੱਗੇ, ਸੰਗਤਾਂ ਦਾ ਹੁਕਮ ਮੰਨ ਕੇ ਤਖਤ 'ਤੇ ਬੈਠਣ ਲੱਗੇ, ਆਸਣ ਲਾ ਕੇ ਮਲੰਗੇ 'ਤੇ ਬੈਠ ਕੇ ਪ੍ਰਚਾਰ ਕਰਨ ਲੱਗੇ ਸਿੱਖੀ ਦਾ, ਜੀਵਾਂ ਦੇ ਉਧਾਰ ਲਈ। ਸਵਈਆ ਇੱਕ ਬਾਸੁਰ ਆਸਨ ਡਾਸ ਅਸੀਨ ਸੋ, ਧਿਆਨ ਵਿਖੇ ਗੁਰ ਅੰਗਦ ਹੋਏ। ਇੱਕ ਦਿਨ ਦੀ ਗੱਲ ਹੈ, ਧੰਨ ਗੁਰੂ ਅੰਗਦ ਦੇਵ ਜੀ ਆਪਣੇ ਸਿੰਘਾਸਣ ਤੇ ਆਸਣ ਤੇ ਪਲੰਘੇ ਤੇ ਬਿਰਾਜਮਾਨ ਹੈ, ਚੌਂਕੜਾ ਲੱਗਿਆ ਹੋਇਆ, ਧਿਆਨ ਜੁੜਿਆ ਹੋਇਆ ਗੁਰੂ ਨਾਨਕ ਦੇ ਚਰਨਾਂ ਵਿੱਚ। ਗੁਰੂ ਨਾਨਕ ਕੇ ਪਦ ਪੰਕਜ ਲੀਨਾ, ਨਿਰੰਤਰੀ ਮੁਦਲੋਚਨ ਕੋਏ। ਔਰ ਨੇਤਰ ਬੰਦ ਹਨ। ਬਾਬੇ ਨਾਨਕ ਜੀ ਦੇ ਸਰੂਪ ਨੂੰ ਧਿਆਨ ਵਿੱਚ ਵਸਾਇਆ ਹੋਇਆ ਉਹਨਾਂ ਨੇ, ਔਰ ਧਿਆਨ ਵਿੱਚ ਡੁੱਬੇ ਹੋਏ ਹਨ। ਉਨ ਜੋ ਉਪਜੇ ਉਰ ਬੀਚ ਵਿਚਾਰ, ਸੋ ਕਿੰਕਰ ਕੇ ਪ੍ਰਮ ਜਸ ਬਿਗੋਏ। ਔਰ ਉਸ ਵੇਲੇ ਉਹਨਾਂ ਦੇ ਅੰਦਰ ਮਾਨੋ ਗੁਰੂ ਨਾਨਕ ਦਾ ਹੁਕਮ ਆਇਆ, ਉਹਨਾਂ ਦੇ ਅੰਦਰ ਇੱਕ ਵਿਚਾਰ ਪੈਦਾ ਹੋਈ, ਜਿਸ ਵਿਚਾਰ ਦਾ ਸਦਕਾ ਕੀ ਖਿਆਲ ਕੀਤਾ ਹੈ, ਪੁੰਨ ਜਿਉਂ ਇਸ ਤਰ੍ਹਾਂ ਉਪਜੀ ਬੀਚ ਵਿਚਾਰ, ਸੋ ਹਿਰਦੇ ਵਿੱਚ ਇੱਕ ਵਿਚਾਰ ਪੈਦਾ ਹੋਈ, ਕਿੰਕਰ ਕੇ ਭਰਮ ਜਾਸ ਭਗੋਏ। ਜਿਸ ਗੁਰੂ ਨੇ ਮੇਰੇ ਵਰਗੇ ਨਿਮਾਣੇ, ਕਿੰਕਰ ਛੋਟਾ ਜਿਹਾ ਨਿਮਾਣਾ ਜਿਹਾ ਬਣਨਾ ਹੈ, ਹਉਮੈ ਨਹੀਂ ਕਰਨੀ, ਹੰਕਾਰ ਨਹੀਂ ਕਰਨਾ, ਸਭ ਕੁਝ ਪਾ ਕੇ ਵੀ ਨਿਮਰਤਾ ਰੱਖਣੀ। ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤਾਤੀ ਵਾਓ। ਕਿਸੇ ਨੇ ਬਾਬੇ ਨਾਨਕ ਨੂੰ ਪੁੱਛਿਆ ਵੀ ਮਹਾਰਾਜ ਤੁਸੀਂ ਥੱਲੇ ਹੀ ਬਹਿ ਜਾਂਦੇ ਹੋ, ਕੀ ਕਾਰਨ ਹੈ? ਮੰਜਾ ਮੁੰਜਾ ਕੁਰਸੀ ਕਰਸੀ ਲੈ ਲਿਆ ਕਰੋ, ਥੱਲੇ ਹੀ ਬਹਿ ਜਾਂਦੇ ਹੋ। ਬੜਾ ਸੋਹਣਾ ਜਵਾਬ ਸੀ। ਪਾਤਸ਼ਾਹ ਕਹਿੰਦੇ ਥੱਲੇ ਬੈਠ ਕੇ ਡਿੱਗਣ ਦਾ ਖਤਰਾ ਨਹੀਂ ਰਹਿੰਦਾ ਭਾਈ, ਕਹੋ ਸਤਨਾਮ। ਥੱਲੇ ਬੈਠੇ ਡਿੱਗਣ ਦਾ ਕੋਈ ਖਤਰਾ ਨਹੀਂ ਗਾ। ਭਾਵ ਨਿਮਰਤਾ, ਇੰਨੀ ਨਿਮਰਤਾ। ਗੁਰੂ ਅੰਗਦ ਦੇਵ ਜੀ ਦੇ ਮਨ ਵਿੱਚ ਇਹ ਖਿਆਲ ਆਇਆ ਵੀ ਜਿਸ ਗੁਰੂ ਨਾਨਕ ਦੇਵ ਨੇ ਮੇਰੇ ਵਰਗੇ ਨਿਮਾਣਿਆਂ ਨਿਤਾਣਿਆਂ ਨੂੰ ਗਲੇ ਲਾ ਕੇ ਭਰਮ ਦੀ ਅਗਿਆਨਤਾ ਦੇ ਜਾਲ ਨੂੰ ਕੱਟਿਆ, ਪਰਮੇਸ਼ਰ ਸ੍ਰੀ ਗੁਰੂ ਨਾਨਕ ਸੋਚਿਨ, ਭੇਦ ਨ ਮਦ ਤਰੰਗੇ ਤੋਏ। ਉਹ ਗੁਰੂ ਨਾਨਕ ਮੇਰਾ ਗੁਰੂ, ਜਿਹਦੇ ਵਿੱਚ ਅਤੇ ਪਰਮੇਸ਼ਰ ਵਿੱਚ ਕੋਈ ਭੋਰਾ ਵੀ ਫਰਕ ਨਹੀਂ ਹੈ। ਜਿਵੇਂ ਤੋਆ ਕਹਿੰਦੇ ਆ ਪਾਣੀ ਨੂੰ, ਜਿਵੇਂ ਸਮੁੰਦਰ ਦਾ ਪਾਣੀ ਤੇ ਸਮੁੰਦਰ ਦੀਆਂ ਲਹਿਰਾਂ ਇੱਕੋ ਹੀ ਰੂਪ ਹੁੰਦੀਆਂ। ਬਾਬਾ ਨਾਨਕ ਅਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਸੀ, ਜਿਨ੍ਹਾਂ ਦੇ ਮੈਂ ਕਈ ਸਾਲ ਦਰਸ਼ਨ ਕੀਤੇ ਹਨ। ਸਵਈਆ
चित परीत की रीत चिते नित ही भावे भव श्री गुर गोबिंद लीनो। ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਨਿਤ ਹੀ ਆਪਣੇ ਚਿੱਤ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਚਿਤਵਦੇ ਰਹਿੰਦੇ, ਕਿਉਂਕਿ ਕਈ ਸਾਲ ਉਹਨਾਂ ਕੋਲ ਲਾਏ ਆ। ਉਹਨਾਂ ਦੇ ਸਰੂਪ ਨੂੰ ਆਪਣੀ ਸੁਰਤ ਵਿੱਚ ਖਿੱਚਿਆ ਹੋਇਆ ਫੋਟੋ ਕਰਕੇ ਮਾਨੋ, ਔਰ ਹਮੇਸ਼ਾ ਉਹਨਾਂ ਦੇ ਨਾਲ ਜੁੜਨ ਲੱਗੇ ਜੀ। ਪੁਨ ਬਾਲ ਜੁਬਾ ਕੇ ਬਿਲਾਸ ਜਿਹੋ ਇਤਿਹਾਸ ਕੈ ਸਿੱਖ ਕੌਣ ਪਰ ਬਿਨੋ। ਔਰ ਖਿਆਲ ਕਰਨ ਲੱਗੇ ਯਾਰੋ ਮੇਰਾ ਜਿਹੜਾ ਮਾਲਕ ਗੁਰੂ ਨਾਨਕ ਦੇਵ ਆ, ਜਿਨ੍ਹਾਂ ਨੇ ਇਹ ਸੰਸਾਰ ਦੇ ਵਿੱਚ ਭਵ ਸਾਗਰ ਸੰਸਾਰ, ਦੂਜੇ ਭਵ ਦਾ ਮਤਲਬ ਹੈ ਜਨਮ ਲੈਣਾ, ਜਿਨ੍ਹਾਂ ਨੇ ਸੰਸਾਰ ਸਾਗਰ ਦੇ ਵਿੱਚ ਜਨਮ ਲੈ ਕੇ ਜੀਵਾਂ ਨੂੰ ਤਾਰਨ ਲਈ ਆਉਣਾ ਕੀਤਾ। ਪੁੰਨਵਾਲ ਜੁਬਾ ਕੇ ਬਿਲਾਸ ਜਿਉ। ਮੈਂ ਤਾਂ ਪਿਛਲੇ ਸਮੇਂ ਉਹਨਾਂ ਕੋਲ ਹੀ ਆਇਆ ਕਰਤਾਰਪੁਰ ਸਾਹਿਬ, ਵੱਡੀ ਉਮਰ 'ਚ ਗਏ ਨਾ ਗੁਰੂ ਅੰਗਦ ਦੇਵ ਜੀ, ਬਾਬਾ ਜੀ ਵੱਡੀ ਉਮਰ ਦੇ ਹੋ ਗਏ, 4 ਉਦਾਸੀਆਂ ਪੂਰੀਆਂ ਹੋ ਗਈਆਂ। ਤਾਂ ਅੱਜ ਸਲਾਹ ਕਰਦੇ ਆ ਬੈਠੇ ਬੈਠੇ ਵੀ ਉਹਨਾਂ ਦਾ ਬਚਪਨ ਕਿਹੋ ਜਿਹਾ ਹੋਊਗਾ, ਉਹਨਾਂ ਦੀ ਜਵਾਨੀ ਕਿਹੋ ਜਿਹੀ ਹੋਊਗੀ। ਪੁੰਨਵਾਲ ਜਵਾਂ ਸੋ ਬਿਲਾਸ ਜਿਉ। ਬਚਪਨ ਦੇ ਜਵਾਨੀ ਦੇ ਜਿਹੜੇ ਕੌਤਕ ਉਹਨਾਂ ਦੇ ਹਨ, ਕੋਈ ਉਹ ਇਤਿਹਾਸ ਉਹਨਾਂ ਦਾ ਜੀਵਨ ਦੀ ਜਿਹੜੀ ਮਹਿਮਾ ਮੈਨੂੰ ਕੋਈ ਸਿੱਖ ਸੁਣਾਉਣ ਵਾਲਾ ਜੇ ਹੋਵੇ। ਇਤਿਹਾਸ ਕਹੈ ਸਿੱਖ ਕੌਣ ਪਰਵੀਨੋ। ਕੋਈ ਇਹੋ ਜਿਹਾ ਸਿਆਣਾ ਪੁਰਾਤਨ ਸਿੱਖ ਹੋ ਸਕਦਾ, ਬਜ਼ੁਰਗ ਕੋਈ ਉਹਨਾਂ ਦੇ ਸਮੇਂ ਦਾ, ਜਿਹੜਾ ਉਹਨਾਂ ਦੇ ਬਚਪਨ ਦੇ ਕੌਤਕ ਤੇ ਜਵਾਨੀ ਦੇ ਕੌਤਕ ਮੈਨੂੰ ਸੁਣਾ ਦੇਵੇ। ਸਭ ਦੇਸ਼ ਵਿਦੇਸ਼ਨ ਕੋ ਰਟਨੋ ਕਟਨੋ ਕਟਲੰਗ ਭੱਡ ਤੁਬ ਜੋਗੀਨੋ। ਹਾਂ, ਜਿਹੜੀਆਂ ਉਹਨਾਂ ਦੀਆਂ 4 ਉਦਾਸੀਆਂ, ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਰਟਨ ਲਾਉਣਾ ਜਾਣਾ, ਕਟਨੋ ਕੁਟਲਿੰਗ, ਵੱਡ ਦੰਭ, ਪਖੰਡੀਆਂ ਦੇ ਪਖੰਡ ਨੂੰ ਕੱਟਣਾ ਔਰ ਉਹਨਾਂ ਨੂੰ ਸਿੱਧੇ ਰਸਤੇ ਪਾਉਣਾ। ਇਹ ਕੌਤਕ ਜਿਹੜੇ ਉਹਨਾਂ ਨੇ ਕੀਤੇ 4 ਉਦਾਸੀਆਂ ਲਾ ਕੇ। ਚਿਤ ਚਿੰਤਤ ਦੇਤ ਅਚਿਤੰਤਾ ਜੋ ਬੈਸ ਇਕੰਤ ਗੁਰੂ ਰਸ ਪੀਨੋ। ਜਿਹੜਾ ਆਪਣੇ ਸੇਵਕਾਂ ਦੇ ਚਿੱਤਾਂ ਦੀ ਚਿੰਤਾ ਨੂੰ ਖਤਮ ਕਰਕੇ ਅਚਿੰਤਤਾ ਸੁੱਖ ਦਿੰਦਾ ਹੈ, ਨਿਸ਼ਚਿੰਤ ਕਰਦਾ ਹੈ, ਇਹੋ ਜਿਹਾ ਕੋਈ ਹੋਵੇਗਾ ਉਹਨਾਂ ਦੇ ਸਮੇਂ ਦਾ, ਜਿਹੜਾ ਉਹਨਾਂ ਦੇ ਉਸ ਸਮੇਂ ਨੂੰ ਬਿਆਨ ਕਰ ਸਕੇ, ਜੋ ਸਾਡੀਆਂ ਸਾਰੀਆਂ ਚਿੰਤਾਵਾਂ ਉਦਾਸੀਆਂ ਨੂੰ ਦੂਰ ਕਰਨ ਵਾਲੇ ਹਨ। ਕੋਈ ਉਹਨਾਂ ਦੀਆਂ ਸਾਖੀਆਂ, ਜਿਹਨੂੰ ਆਪਾਂ ਸਾਖੀਆਂ ਕਹਿੰਦੇ ਆ, ਉਹਨਾਂ ਦੇ ਜੀਵਨ ਦੇ ਕੌਤਕ ਹਨ। ਉਹ ਕੋਈ ਸੁਣਾਉਣ ਵਾਲਾ ਜੇ ਹੋਵੇ। ਇਸ ਤਰ੍ਹਾਂ ਬੈਠੇ ਬੈਠੇ ਧੰਨ ਗੁਰੂ ਅੰਗਦ ਦੇਵ ਜੀ ਦੇ ਦਿਮਾਗ ਵਿੱਚ ਇਹ ਖਿਆਲ ਆਇਆ, ਫੁਰਨਾ ਆਇਆ। ਸਮਾਧੀ ਵਿੱਚ ਬੈਠੇ ਆ, ਇਹ ਖਿਆਲ ਆਇਆ ਕਿ ਉਹਨਾਂ ਦੀ ਜੀਵਨ ਲੀਲਾ ਪਤੇ ਸੁਣਨੀ ਚਾਹੀਦੀ ਆ ਦੋਹਰਾ। ਸ਼੍ਰੀ ਗੁਰ ਸਰਬਾ ਗੁਰ ਡਰ ਹਰ ਅਰਜੋ ਉਰਤੀਨਾ। ਧੰਨ ਗੁਰੂ ਨਾਨਕ ਦੇਵ ਜੀ ਸ਼੍ਰੇਸ਼ਟ ਅੰਤਰਜਾਮੀ ਹਨ, ਜਿਨ੍ਹਾਂ ਦੀ ਸਿੱਖ, ਜਿਹੜਾ ਵੀ ਸਿੱਖ ਉਹਨਾਂ ਦਾ ਸਿਮਰਨ ਕਰਦਾ ਹੈ, ਉਹਨਾਂ ਬਾਰੇ ਪੜ੍ਹਦਾ ਸੁਣਦਾ ਹੈ, ਉਹਨਾਂ ਦੇ ਤਿੰਨੇ ਤਾਪਾਂ ਦਾ ਖਾਤਮਾ ਹੋ ਜਾਂਦਾ ਹੈ। ਬੜੇ ਸੋਹਣੇ ਸਿੱਖ ਹੋਏ ਗਾਦਰੇ ਤੇ ਮਨੋਰਥ ਕੀਨਾ। ਜਿਹੜਾ ਗੁਰੂ ਨਾਨਕ ਦੇ ਬਚਨ ਗੁਰਬਾਣੀ, ਹੁਣ ਗੁਰਬਾਣੀ ਤਾਂ ਸੀਗੀ ਆਪਣੇ ਕੋਲੇ, ਬਾਬੇ ਨਾਨਕ ਨੇ ਜਿੰਨੀ ਗੁਰਬਾਣੀ ਲਿਖੀ ਉਹ ਪੋਥੀ ਗੁਰੂ ਅੰਗਦ ਦੇਵ ਜੀ ਨੂੰ ਫੜਾ ਦਿੱਤੀ, ਲੈ ਪੁੱਤਰ ਆ ਵੀ ਸਾਂਭ ਕੇ ਰੱਖੀ, ਬਾਣੀ ਆਪਣੇ ਕੋਲ ਸੰਭਾਲ ਕੇ ਰੱਖੀ। ਤੋ ਜਿੰਨੀ ਬਾਣੀ ਗੁਰੂ ਨਾਨਕ ਨੇ ਉਚਾਰਨ ਕੀਤੀ ਸੀ ਉਹ ਬਕਾਇਦਾ ਲਿਖੀ ਜਾਂਦੀ ਸੀ। ਹਿੰਟ ਮਿਲਦਾ ਗੁਰਬਾਣੀ ਵਿੱਚੋਂ, ਲਿਖੈ ਬਾਝੋਂ ਸੁਰਤ ਨਾਹੀ ਬੋਲ ਬੋਲ ਗਵਾਈ ਹੈ। ਵੀ ਜੋ ਵੀ ਆਪਾਂ ਆਪਣਾ ਉਚਾਰਨ ਕਰਦੇ ਹਾਂ, ਚੰਗੀਆਂ ਗੱਲਾਂ ਜੇ ਕਿਤੇ ਉਹ ਨੋਟ ਕੀਤੀਆਂ ਜਾਣ, ਜਿਵੇਂ ਆਪਾਂ ਚਲੋ ਮੰਨ ਲਓ ਕਥਾ ਹੀ ਰਿਕਾਰਡ ਕਰੀ ਜਾਂਦੇ ਹਾਂ, ਤੇ ਨਹੀਂ ਤਾਂ ਆਪਾਂ ਕਿੰਨੀ ਕਥਾ ਕਰਕੇ ਆਪਾਂ ਨਾ ਰਿਕਾਰਡ ਕਰੀਏ ਤਾਂ ਫਿਰ ਇਹ ਵਿਸਰ ਜਾਵੇਗੀ ਗਾਹਾਂ। ਹੋਰ ਭਾਵੇਂ ਕਿ ਕਥਾ ਤਾਂ ਚੱਲਦੀ ਰਹਿਣੀ ਹੈ ਜੁਗਾਂ ਜੁਗਾਂਤਰਾਂ ਤੱਕ, ਪਰ ਜਿਹੜੀ ਕਈ ਵਾਰੀ ਇਹੋ ਜਿਹੀ ਗੱਲ ਪਰਮੇਸ਼ਰ ਬਖਸ਼ਦਾ ਜਿਹੜੀ ਫਿਰ ਵਿਸਰ ਜਾਂਦੀ ਹੈ, ਭੁੱਲ ਜਾਂਦੀ ਹੈ। ਬਾਬਾ ਕਹਿੰਦੇ ਲਿਖੀ ਹੋਵੇ ਤਾਂ ਫਿਰ ਗੱਲ ਹੀ ਕੁਛ ਹੋਰ ਹੈ। ਲਿਖੇ ਬਾਝੋ ਸੁਰਤ ਨਾਹੀ ਬੋਲ ਬੋਲ ਗਵਾਈ ਹੈ। ਜਿੱਥੇ ਜਾਏ ਵਈਐ ਭਲਾ ਕਹੀਐ ਝੋਲ ਅੰਮ੍ਰਿਤ ਦੀ ਪੀਜੈ ਗੁਣਾ ਕ ਹੋਵੇ ਵਾਸਰਾ ਕੱਢ ਵਾਸ਼ ਲੀਜੈ। ਤੋ ਬਾਬਾ ਨਾਨਕ ਜੀ ਨਾਲ ਆਪਣੇ ਇੱਕ ਪੋਥੀ ਭਾਵ ਕਿਤਾਬ ਜਾਂ ਬਹੀ ਰੱਖਦੇ ਸੀਗੇ, ਭੱਟਾਂ ਦੀਆਂ ਬਹੀਆਂ, ਜਿਵੇਂ ਉਹਨਾਂ ਵਿੱਚੋਂ ਬਾਬੇ ਨਾਨਕ ਦੇ ਸ਼ਬਦ ਮਿਲੇ। ਉਹਨਾਂ ਦੀਆਂ ਦੁਕਾਨ 'ਤੇ ਜਿਹੜੀਆਂ ਬਹੀਆਂ ਸਨ ਮੋਦੀ ਖਾਨੇ 'ਤੇ, ਉਹਨਾਂ 'ਤੇ ਵੀ ਕਦੇ ਕਦੇ ਪਰਮੇਸ਼ਰ ਦਾ ਸ਼ਬਦ ਆਉਂਦਾ ਤੇ ਲਿਖ ਦਿੰਦੇ। ਉਦਾਸੀਆਂ ਵਿੱਚ ਵੀ ਲਿਖਦੇ ਰਹੇ, ਕਿਉਂਕਿ ਪਤਾ ਲੱਗਦਾ ਜਦੋਂ ਮੱਕੇ ਨੂੰ ਜਾ ਰਹੇ ਆ ਬੰਦਰਗਾਹ 'ਤੇ, ਸੱਖਰ ਭੱਖਰ ਦੀ ਬੰਦਰਗਾਹ 'ਤੇ ਬੈਠੇ ਆ,
ਉੱਥੇ ਵਹਾਬਦੀਨ ਵਰਗੇ ਮੁਸਲਮਾਨ ਪੀਰ ਬੈਠੇ ਨੇ, ਕਾਜੀ ਮੌਲਾਣੇ ਬੈਠੇ ਆ, ਉਹ ਵੀ ਮੱਕੇ ਨੂੰ ਜਾ ਰਹੇ ਆ। ਬਾਬਾ ਜੀ ਨੇ ਐਸਾ ਰੂਪ ਧਾਰਿਆ, ਪਤਾ ਨਹੀਂ ਲੱਗਦਾ ਹਿੰਦੂ ਆ ਕੇ ਮੁਸਲਮਾਨ ਹੈ। ਇੱਕ ਪੈਰ ਵਿੱਚ ਖੜਾਮ ਹੈ, ਇੱਕ ਪੈਰ ਵਿੱਚ ਗੁਰੂ ਪਿਆਰਿਓ ਜੁੱਤੀ ਆ, ਖੋਸਾ ਜੁੱਤਾ ਮੁੱਛ ਵਾਲਾ, ਔਰ ਉੱਤੇ ਕੁਲ ਹੈ, ਔਰ ਕੁਲੇ ਉੱਤੋਂ ਦੀ ਪਰਨਾ ਬੰਨਿਆ ਹੋਇਆ ਹੈ, ਗਲ 'ਚ ਮਾਲਾ ਪਾਈਆਂ, ਔਰ ਇੱਕ ਚਾਦਰ ਜਿਹੜੀ ਹੈ ਭਾਈ ਬਾਲੇ ਨੇ ਮੋਢੇ 'ਤੇ ਰੱਖੀ ਆ। ਬਾਬੇ ਨਾਨਕ ਨੇ ਹੱਥ ਵਿੱਚ ਸੋਟਾ ਫੜਿਆ, ਜਾ ਬੈਠੇ ਸਖਤ ਜਗ੍ਹਾ ਦੇ ਉੱਤੇ ਵਹਾਬਦੀਨ ਪੀਰ ਪੁੱਛਦਾ, ਤੁਸੀਂ ਕੌਣ ਹੋ? ਹਿੰਦੂ ਆ ਕਿ ਸਿੱਖ? ਬਾਬਾ ਜੀ ਹਿੰਦੂ ਆ ਕਿ ਮੁਸਲਮਾਨ? ਬਾਬਾ ਜੀ ਕਹਿੰਦੇ ਨਾ ਮੈਂ ਹਿੰਦੂ ਨਾ ਮੁਸਲਮਾਨ, ਮੈਂ ਤੁਹਾਡਾ ਦੋਨਾਂ ਦਾ ਗਵਾਹ ਹਾਂ, ਦੋਨਾਂ ਦੇ ਬਾਰੇ ਜਾਣਕਾਰੀ ਰੱਖਣ ਵਾਲਾ ਹਾਂ। ਫਿਰ ਉਹ ਪੁੱਛਦੇ ਆ, ਕਹਿੰਦੇ ਫਿਰ ਤੁਸੀਂ ਆ ਕਿਤਾਬ ਤੁਹਾਡੇ ਪੂਜਾ ਹੱਥ ਕਿਤਾਬ ਕੱਛ ਨੀਲ ਰੂਪ ਬਾਬਾ ਬਨਵਾਰੀ, ਇਹ ਰੂਪ ਧਾਰਿਆ ਭਾਈ ਗੁਰਦਾਸ ਨੇ ਲਿਖਿਆ ਆਪਣੀਆਂ ਵਾਰਾਂ ਦੇ ਵਿੱਚ। ਐਸਾ ਰੂਪ ਧਾਰਿਆ ਹੈ, ਪੁੱਛਣ ਫੋਲ ਕਿਤਾਬ ਨੂੰ, ਆ ਤੁਹਾਡੇ ਕੱਛ 'ਚ ਕਿਤਾਬ ਦਿੱਤੀ ਹੋਈ ਆ ਕੋਈ? ਹਾਂ। ਸਾਨੂੰ ਪੜ੍ਹ ਕੇ ਸੁਣਾਓ। ਕਿਉਂ? ਇਹ 'ਚ ਕੀ ਲਿਖਿਆ ਹੈ? ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ, ਦੋਨੋਂ ਰੋਈ। ਖੈਰ ਇਹ ਗੱਲ ਅੱਗੇ ਆਊਗੀ ਜਦੋਂ ਮੱਕੇ ਦੀ ਸਾਖੀ 'ਤੇ ਪਹੁੰਚਾਂਗੇ ਆਪਾਂ। ਫਿਰ ਬਾਬਾ ਉਹਨਾਂ ਨੂੰ ਕਈ ਤਰ੍ਹਾਂ ਦੇ ਸਵਾਲ ਜਵਾਬ ਕਰਦੇ ਆ ਅਤੇ ਉਹਨਾਂ ਦਾ ਹੱਲ ਕਰਦੇ ਆ। ਖੈਰ ਗੁਰੂ ਅੰਗਦ ਦੇਵ ਜੀ ਨੇ ਖਿਆਲ ਕੀਤਾ ਕੋਈ ਇਹੋ ਜਿਹਾ ਸਿੱਖ ਮਿਲ ਜਾਵੇ, ਗੁਰੂ ਨਾਨਕ ਦੀ ਜੀ ਜੀਵਨ ਕਥਾ ਲਿਖੀ ਜਾਵੇ, ਜਿਸ ਨੂੰ ਆਉਣ ਵਾਲੇ ਸਮੇਂ ਦੀ ਸੰਗਤ, ਆਉਣ ਵਾਲੇ ਸਮੇਂ ਦੇ ਸਿੱਖ ਬੱਚੇ ਜਿਹੜੇ ਹੋਣਗੇ ਪੜ੍ਹ ਕੇ ਆਪਣਾ ਜੀਵਨ ਬਦਲ ਸਕਣਗੇ। ਉਤ ਬਾਲੇ ਸੰਤੋ ਸੋ ਵਿਚਾਰਾ, ਸ਼੍ਰੀ ਨਾਨਕ ਪੇ ਹਰ ਅਵਤਾਰਾ। ਇਧਰ ਗੁਰੂ ਪਿਆਰਿਓ ਗੁਰੂ ਅੰਗਦ ਦੇਵ ਜੀ ਦਾ ਫੁਰਨਾ ਬਣਿਆ, ਤੇ ਉਧਰ ਨਨਕਾਣਾ ਸਾਹਿਬ ਵਿੱਚ ਬੈਠੇ ਭਾਈ ਬਾਲੇ ਦੇ ਦਿਮਾਗ 'ਚ ਫੁਰਨਾ ਬਣ ਗਿਆ। ਫਿਰ ਮੈਂ ਦੱਸਿਆ ਨਾ, ਬੇਨਤੀ ਕੀਤੀ ਕਿ ਸਾਡੀਆਂ ਤਰੰਗਾਂ ਜਿਹੜੀਆਂ ਉਹ ਨਿਕਲਦੀਆਂ ਦਿਮਾਗ 'ਚੋਂ, ਔਰ ਜੋ ਸੋਚਦੇ ਆ ਉਹ ਤਰੰਗਾਂ ਉੱਥੇ ਜਾ ਕੇ ਮਿਲਦੀਆਂ ਜਿਸ ਬਾਰੇ ਸੋਚਿਆ ਜਾਂਦਾ। ਕੋਈ ਸਤਨਾਮ। ਜੇ ਤੁਸੀਂ ਕਿਸੇ ਦੇ ਬਾਰੇ ਦੁਸ਼ਮਣੀ ਦੀ ਤਰੰਗਾ ਰੱਖਦੇ ਹੋ, ਉਹ ਤੁਹਾਡੇ ਬਾਰੇ ਦੁਸ਼ਮਣੀ ਬਾਰੇ ਸੋਚਣ ਲੱਗ ਜਾਊਗਾ। ਜੇ ਤੁਸੀਂ ਕਿਸੇ ਬਾਰੇ ਪਿਆਰ ਦੀਆਂ ਤਰੰਗਾ ਕੱਢਦੇ ਹੋ, ਸੋਚਦੇ ਹੋ, ਉਹ ਤੁਹਾਡੇ ਬਾਰੇ ਪਿਆਰ ਬਾਰੇ ਸੋਚਣ ਲੱਗ ਜਾਊਗਾ। ਕੋ ਸਤਨਾਮ। ਗੁਰੂ ਅੰਗਦ ਦੇਵ ਜੀ ਨੇ ਬਾਬੇ ਨਾਨਕ ਜੀ ਦੀ ਜੀਵਨ ਬਾਰੇ ਸੋਚਿਆ, ਤੇ ਉਹ ਤਰੰਗਾ ਨੇ ਫਿਰ ਕਿੱਥੇ ਜਾ ਕੇ ਮਿਲਣਾ ਕੀਤਾ? ਜਿਵੇਂ ਮੋਬਾਈਲ ਦਾ ਨੰਬਰ ਮਿਲ ਜਾਂਦਾ ਨਾ, ਇਹ ਜਾ ਕੇ ਖੜਕੀਆਂ ਭਾਈ ਬਾਲਾ ਜੀ ਦੇ ਦਿਮਾਗ 'ਚ। ਕੋ ਸਤਨਾਮ। ਤੇ ਭਾਈ ਬਾਲਾ ਜੀ ਦੇ ਦਿਮਾਗ ਦੇ ਵਿੱਚ ਕੀ ਪੈਦਾ ਹੋਇਆ? ਜਿਸ ਸਥਾਨ ਸੋ ਕੀਨ ਬਿਠਾਇਓ, ਤਿਸ ਦਰਸ਼ਨ ਜੀਰਾਨ ਨਚਾਇਓ। ਯਾਰ ਬਾਬੇ ਨਾਨਕ ਨੇ ਆਪਣੀ ਗੱਦੀ ਤੇ ਕਿਹਨੂੰ ਬਿਠਾਇਆ? ਕਿਉਂਕਿ ਭਾਈ ਬਾਲਾ ਜੀ ਕਰਤਾਰਪੁਰੋਂ ਪਹਿਲਾਂ ਆ ਗਏ ਸੀਗੇ। ਜਿਸ ਵੇਲੇ ਕਰਤਾਰਪੁਰ ਵਸ ਗਿਆ ਸੀਗਾ, ਕਰਤਾਰਪੁਰ ਵਸਣ ਤੋਂ ਬਾਅਦ ਮਾਤਾ ਸੁਲੱਖਣੀ, ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਇਹ ਪਰਿਵਾਰ ਨੂੰ ਲੈ ਆਂਦਾ। ਕੁਝ ਦਿਨ ਰਹੇ ਤੇ ਇੱਕ ਦਿਨ ਭਾਈ ਬਾਲਾ ਜੀ ਕਹਿੰਦੇ, ਚੰਗਾ ਮਹਾਰਾਜ ਤੁਹਾਡਾ ਤਾਂ ਘਰ ਵਸ ਗਿਆ, ਹੁਣ ਤਾਂ ਤੁਸੀਂ ਕਿਤੇ ਨਹੀਂ ਜਾਣਾਗਾ, ਤੇ ਮੈਂ ਜਾਵਾਂ ਪਿੰਡ। ਗੁਨਾਹ ਪਾਸ਼ਾ ਕਹਿੰਦੇ, ਬਾਲਿਆ ਰੰਜ ਹੋ ਗਿਆ, ਗੁੱਸੇ ਹੋ ਗਿਆ? ਨਹੀਂ ਨਹੀਂ ਮਹਾਰਾਜ, ਐਸੀ ਗੱਲ ਨਹੀਂ। ਇੱਕ ਦਿਨ ਨਾ ਮਾਤਾ ਸੁਲੱਖਣੀ ਨੇ ਵੀ ਕਹਿਤਾ ਸੀ ਭਾਈ ਬਾਲੇ ਨੂੰ, ਭਾਈ ਬਾਲਿਆ ਹੁਣ ਤੂੰ ਖਹਿੜਾ ਛੱਡ ਦੇ ਮੇਰੇ ਮਾਲਕ ਦਾ, ਹੁਣ ਟਿਕ ਜਾਣ ਦੇ ਇਸ ਤਪੇ ਨੂੰ ਥੋੜ੍ਹਾ ਚਿਰ। ਭਾਵ ਉਹਨਾਂ ਦਾ ਖਿਆਲ ਸੀ ਕਿ ਬਾਲਾ ਹੀ ਲੈ ਕੇ ਤੁਰ ਜਾਂਦਾ ਖਣੀ। ਕੋ ਸਤਨਾਮ। ਇੱਕ ਦਿਨ ਮਾਤਾ ਸੁਲੱਖਣੀ ਕਹਿੰਦਾ ਕਿ ਹੁਣ ਤਪੇ ਨੂੰ ਥੋੜ੍ਹਾ ਚਿਰ ਟਿਕਣ ਦਿਓ ਇੱਥੇ ਕਰਤਾਰਪੁਰ 'ਚ। ਤੇ ਭਾਈ ਬਾਲਾ ਜੀ ਨੇ ਵੀ ਸੋਚਿਆ ਵੀ ਚਲੋ ਠੀਕ ਹੈ, ਹੁਣ ਤਾਂ 4 ਉਦਾਸੀਆਂ ਲਾ ਕੇ ਪਾਤਸ਼ਾਹ ਜੀ ਨੇ ਘਰ ਵੀ ਵਸਾ ਲਿਆ ਇੱਥੇ, ਅੱਜ ਖੇਤੀਬਾੜੀ ਵੀ ਹੈ, ਜ਼ਮੀਨ ਵੀ ਕਾਫੀ ਆ। ਆਹੀ ਕਰਤਾਰਪੁਰ ਲਾਂਘਾ ਹੁਣ ਖੋਲ੍ਹਿਆ ਆਪਾਂ ਟਾਵੀ ਦੇ ਕਿਨਾਰੇ 'ਤੇ। ਤੇ ਫਿਰ ਆਗਿਆ ਮੰਗੀ ਸੀ ਬਾਬੇ ਨਾਨਕ ਜੀ ਕੋਲ ਵੀ ਮਹਾਰਾਜ ਕਿਰਪਾ ਕਰੋ ਵੀ ਤੁਸੀਂ ਹੁਣ ਇੱਥੇ ਟਿਕ ਗਏ ਤੇ ਮੈਂ ਪਿੰਡ ਜਾਵਾਂ ਹੁਣ। ਬਾਦਸ਼ਾਹ ਕਹਿੰਦੇ, ਬਾਲਿਆ ਤੂੰ ਰੰਜ ਹੋ ਗਿਆ, ਗੁੱਸੇ ਹੋ ਗਿਆ ਸਾਡੇ ਨਾਲ? ਨਹੀਂ ਨਹੀਂ ਮਹਾਰਾਜ, ਮੈਂ ਆਗਿਆ ਲੈ ਕੇ ਜਾ ਰਹੀ ਹਾਂ। ਅੱਛਾ ਕੋਈ ਨਹੀਂ ਬਾਲਿਆ, ਰੱਬ ਚਿੱਤ ਆਵੇ, ਮੈਂ ਹਮੇਸ਼ਾ ਤੇਰੇ ਨਾਲ ਹਾਂ, ਜਦੋਂ ਯਾਦ ਕਰੇਗਾ ਉਦੋਂ ਆਵਾਂਗਾ, ਜਾ ਫਿਰ ਚਲੇ ਆ ਜਾ ਪਿੰਡ ਤੋਂ। ਇਉਂ ਆਗਿਆ ਲੈ ਕੇ ਭਾਈ ਬਾਲਾ ਜੀ ਉੱਥੋਂ ਪਿੰਡ ਆ ਗਏ ਸੀ। ਉਸ ਤੋਂ ਬਾਅਦ ਇਹ ਪਿੰਡ ਰਹੇ, ਉਧਰ ਬਾਬਾ ਗੁਰੂ ਨਾਨਕ ਦੇਵ ਜੋਤੀ ਜੋਤ ਸਮਾ ਗਏ। ਉਦੋਂ ਭਾਈ ਬਾਲਾ ਜੀ ਸ਼ਾਇਦ ਉੱਥੇ ਗਏ ਨਹੀਂ। ਔਰ ਉਸ ਤੋਂ ਬਾਅਦ ਅੱਜ ਭਾਈ ਬਾਲੇ ਜੀ ਦੇ ਮਨ ਵਿੱਚ ਖਿਆਲ ਆਇਆ
ਵੀ ਗੁਰੂ ਨਾਨਕ ਦੇਵ ਜੀ ਤਾਂ ਜੋਤੀ ਜੋਤ ਸਮਾ ਗਏ, ਤੇ ਉਹਨਾਂ ਦੀ ਜਿਹੜਾ ਸਿੱਖੀ ਦਾ ਪ੍ਰਚਾਰ ਸੀਗਾ ਉਹ ਲੈਣ ਉਹ ਕਿਹਨੂੰ ਲਾ ਕੇ ਗਏ ਹੈ, ਕਿਹਦੀ ਡਿਊਟੀ ਲਾਈ ਹੈ, ਗੁਰਤਾ ਗੱਦੀ ਤੇ ਕਿਹਨੂੰ ਬਿਠਾਇਆ ਹੈ, ਉਹਦੇ ਦਰਸ਼ਨ ਕਰਨੇ ਚਾਹੀਏ। ਬਹੁ ਨਰ में बोलियो इम बाला एक सिख बच भाख्यो तह काला। ਇਹ ਗੱਲ ਕਿੱਥੇ ਕੀਤੀ ਭਾਈ ਬਾਲਾ ਜੀ ਨੇ ਪਤਾ? ਜਿਵੇਂ ਪਿੰਡਾਂ ਵਿੱਚ ਸੱਥ ਹੁੰਦੀ ਹੈ, ਪਹਿਲਾਂ ਸੱਥਾਂ 'ਚ ਬੜੇ ਸਿਆਣੇ ਬਜ਼ੁਰਗ ਬੈਠਿਆ ਕਰਦੇ ਸਨ ਔਰ ਸਿਆਣੀਆਂ ਗੱਲਾਂ ਕਰਿਆ ਕਰਦੇ ਸਨ, ਰੱਬ ਲੱਗਦੀਆਂ। ਅੱਜ ਕੱਲ੍ਹ ਤਾਂ ਉਹ ਸੱਥਾਂ ਵੀ ਖੈਰ ਖਤਮ ਹੋ ਗਈਆਂ। ਅੱਗੇ ਚੱਕ ਕੇ ਸੱਥਾਂ ਜਿਹੜੀਆਂ ਜੂਏ ਦੇ ਅੱਡੇ ਬਣ ਗਏ ਸੀ, ਕੋ ਸਤਨਾਮ ਵਿਹਲੜਾਂ ਦੇ। ਇਹ ਭਾਈ ਬਾਲਾ ਜੀ ਕਿਸੇ ਬੋਹੜ ਥੱਲੇ, ਕਿਸੇ ਦਰਖਤ ਥੱਲੇ ਕੁਝ ਬਜ਼ੁਰਗਾਂ ਦੇ ਵਿੱਚ ਬੈਠੇ ਨੇ, ਆਪਣੇ ਹਾਣੀਆਂ ਦੇ ਵਿੱਚ ਗੱਲਾਂ ਬਾਤਾਂ ਚੱਲ ਪਈਆਂ। ਗੱਲਾਂ ਚੱਲਦਿਆਂ ਚੱਲਦਿਆਂ ਉੱਥੇ ਭਾਈ ਬਾਲਾ ਜੀ ਨੇ ਕਿਤੇ ਪੁੱਛਿਆ, ਗੱਲ ਕੀਤੀ ਵੀ ਯਾਰ ਬਾਬੇ ਨਾਨਕ ਨੇ ਆਪਣੇ ਗੱਦੀ ਤੇ ਪਤਾ ਨਹੀਂ ਕਿਹਨੂੰ ਬਿਠਾਇਆ ਅੱਗੋਂ। ਤਾਂ ਉਸ ਵੇਲੇ ਭਾਈ ਬਾਲਾ ਜੀ ਦੇ ਇਸ ਬਚਨ ਦਾ ਇੱਕ ਸਿੱਖ ਨੇ ਜਵਾਬ ਦਿੱਤਾ ਹੈ, ਤਹਿਨ ਗੋਤ ਅੰਗਦ ਤਹ ਨਾਮੋ ਗੁਰਤਾ ਉਚਿਤ ਭਇਓ ਅਭਿਰਾਮੋ। ਉੱਥੇ ਬੈਠਾ ਇੱਕ ਮਨੁੱਖ ਕਹਿਣ ਲੱਗਿਆ, ਯਾਰ ਮੈਂ ਸੁਣਿਆ ਹੈ ਕਿ ਤ੍ਰੇਹਨ ਗੋਤ ਦਾ ਮਨੁੱਖ ਹੈ, ਉਹ ਨਾਮ ਹੈ ਉਹਦਾ ਅੰਗਦ। ਉਹ ਗੁਰਤਾ ਗੱਦੀ ਦੇ ਉਚਿਤ ਸ਼੍ਰੇਸ਼ਟ ਵਿਅਕਤੀ ਸਮਝਿਆ ਬਾਬੇ ਨਾਨਕ ਨੇ, ਤੇ ਉਹਨਾਂ ਨੇ ਗੱਦੀ ਅੰਗਦ ਦੇਵ ਜੀ ਨੂੰ ਦਿੱਤੀ ਆ। ਮੈਨੂੰ ਪਤਾ ਲੱਗਿਆ ਕਬਿਤ ਸੁਰਤ ਸੁਨ ਬਾਲੀ ਬਾਤ ਪਿਓ ਪੁਲਕਾਤ ਗਾਤ ਅੰਗ ਨਾ ਸਮਾਤ ਚਲਿਓ ਤਾਹ ਤਬਾ ਧਾਇ ਕੇ। ਤਾਂ ਗੁਰੂ ਪਿਆਰਿਓ ਖਿੱਚ ਪੈ ਗਈ ਇੱਕਦਮ ਸਰੀਰ ਨੂੰ, ਕਿਉਂਕਿ ਖਿੱਚ ਪੈਣੀ ਸੀ। ਉਧਰ ਨਾਨਕ ਜੋਤ ਨੇ ਯਾਦ ਕੀਤਾ ਭਾਈ ਬਾਲਾ ਜੀ ਨੂੰ, ਤੇ ਬਾਲੇ ਨੇ ਯਾਦ ਕੀਤਾ ਗੁਰੂ ਨਾਨਕ ਜੋਤ ਨੂੰ, ਤੇ ਉਹੀ ਗੁਰੂ ਨਾਨਕ ਜੋਤ ਹੁਣ ਗੁਰੂ ਅੰਗਦ ਦੇ ਵਿੱਚ ਬਿਰਾਜਮਾਨ ਹੈ। ਖਿੱਚ ਕਿਵੇਂ ਨਾ ਪਵੇ? ਕਹਿੰਦੇ ਭਾਈ ਬਾਲਾ ਜੀ ਨੂੰ ਜਦੋਂ ਪਤਾ ਲੱਗਿਆ ਵੀ ਗੁਰੂ ਅੰਗਦ ਦੇਵ ਹੈ, ਕੋਈ ਤਹਿਨ ਜਾਤ ਤਹਿਨ ਗੋਤ ਦੇ, ਉਹਨਾਂ ਨੂੰ ਗੱਦੀ ਤੇ ਬਿਠਾਏ ਆ। ਇਹ ਬਚਨ ਸੁਣ ਕੇ ਹੀ ਸ਼ਰੁੱਤ ਸੁਣ ਬਾਲੇ ਬਾਤ ਭਇਓ ਪੁਲਕਾਤ ਗਾਤ, ਪੁਲਕਾਤ ਗਾਤ, ਰੋਮ ਰੋਮ ਖੜੇ ਹੋ ਜਾਣੇ, ਕਿਉਂਕਿ ਵੱਡੇ ਭਾਗਾਂ ਦੇ ਨਾਲ ਰੱਬ ਦੇ ਪਿਆਰੇ ਮਿਲਦੇ ਆ। ਪੂਰਬ ਕਰਮ ਅੰਕਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਪੂਰਬਲੇ ਚੰਗੇ ਭਾਗ ਜਾਗਦੇ ਆ, ਪੂਰਬਲੇ ਬੀਜ ਉਗਰਦੇ ਆ ਚੰਗੇ ਕਰਮਾਂ ਦੇ, ਚੰਗੇ ਭਾਗਾਂ ਦੇ, ਫਿਰ ਰੱਬ ਦੇ ਪਿਆਰਿਆਂ ਦਾ ਮਿਲਾਪ ਹੁੰਦਾ। ਤੇ ਇਹ ਗੱਲ ਸੁਣ ਕੇ ਭਾਈ ਬਾਲਾ ਜੀ ਦਾ ਰੋਮ ਰੋਮ ਖਿੜ ਗਿਆ, ਖੜਾ ਹੋ ਗਿਆ ਰੋਮ ਰੋਮ ਪੁਲਕਾਵਲੀ। ਔਰ ਅੰਗ ਨਾ ਸਮਾਤ, ਬੜਾ ਚਾਅ ਚੜਿਆ, ਖੁਸ਼ੀ ਹੋਈ ਵੀ ਚਲੋ ਸ਼ੁਕਰ ਹੈ ਉਹਨਾਂ ਦੀ ਜਿਹੜੀ ਉਹ ਜੁਗਤ ਸੀ, ਉਹ ਗੱਲ ਸੀ, ਉਹ ਰਮਜ ਸੀ, ਕਿਸੇ ਦੇ ਕੋਲ ਜਮ੍ਹਾਂ ਤਾਂ ਹੈ ਨਾ। ਕਿਉਂਕਿ ਬ੍ਰਹਮ ਗਿਆਨੀ ਬ੍ਰਹਮਚਾਰੀ ਸੰਸਾਰ ਵਿੱਚ ਬ੍ਰਹਮ ਗਿਆਨੀ ਜਦੋਂ ਆਉਂਦੇ ਆ ਨਾ, ਜ਼ਰੂਰ ਆਪਣੀ ਗੱਲ ਨੂੰ ਕਿਸੇ ਨਾ ਕਿਸੇ ਸਰੀਰ ਵਿੱਚ ਛੱਡ ਕੇ ਜਾਂਦੇ ਆ, ਤਾਂ ਕਿ ਅੱਗੇ ਗੱਲ ਚੱਲਦੀ ਰਹੇ। ਤੇ ਕਈ ਵਾਰੀ ਐਸਾ ਸਮਾਂ ਵੀ ਹੁੰਦਾ ਹੈ ਕਿ ਬ੍ਰਹਮ ਗਿਆਨੀ ਜਦੋਂ ਸਰੀਰ ਛੱਡਦੇ ਆ ਤੇ ਉਹਨਾਂ ਦੀ ਗੱਲ ਨੂੰ ਸੰਭਾਲਣ ਵਾਲਾ ਕੋਈ ਸਰੀਰ ਨਹੀਂ ਮਿਲਦਾ ਵਧੀਆ, ਕੋਈ ਸਤਨਾਮ ਜਿੱਥੇ ਉਹ ਆਪਣੀ ਗੱਲ ਨੂੰ ਰੱਖ ਜਾਣ। ਤਾਂ ਬਾਬੇ ਨਾਨਕ ਨੇ ਕਰਤਾਰਪੁਰ ਰਹਿੰਦਿਆਂ ਹੋਇਆਂ ਕਈ ਵਾਰੀ ਸਿੱਖਾਂ ਦੀ ਪ੍ਰੀਖਿਆ ਲਈ, ਜਿਸ ਪ੍ਰੀਖਿਆ ਵਿੱਚ ਉਹਨਾਂ ਦੇ ਬੱਚੇ ਵੀ ਹੁੰਦੇ ਸੀਗੇ, ਸਿੱਖ ਵੀ ਹੁੰਦੇ ਸੀ, ਭਾਈ ਲਹਿਣਾ ਜੀ ਵੀ ਹੁੰਦੇ ਸੀ, ਪਰ ਹਰ ਵਾਰ ਪ੍ਰੀਖਿਆ 'ਚੋਂ ਲਹਿਣਾ ਜੀ ਪਾਸ ਹੁੰਦੇ ਰਹੇ ਤੇ ਅਖੀਰ ਉਹਨਾਂ ਨੇ ਗੁਰਤਾ ਗੱਦੀ ਲਹਿਣਾ ਜੀ ਨੂੰ ਸੌਂਪ ਦਿੱਤੀ ਆ। ਕੋਈ ਸਤਨਾਮ ਸੀ। ਜਿਸ ਵੇਲੇ ਮਾਤਾ ਸੁਲੱਖਣੀ ਜੀ ਨੇ ਆਖਰੀ ਸਮੇਂ ਕਿਹਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਿ ਤੁਸੀਂ ਗੁਰਤਾ ਗੱਦੀ ਆਪਣੇ ਸੇਵਕ ਨੂੰ ਦੇ ਦਿੱਤੀ ਆ, ਤੇ ਤੇਰੇ ਪੁੱਤਰਾਂ ਦਾ ਕੀ ਬਣੂਗਾ? ਇਹ ਕਿੱਥੋਂ ਖਾਣਗੇ? ਕਿਉਂ ਕਈਆਂ ਦਾ ਖਿਆਲ ਹੁੰਦਾ ਕਿ ਗੁਰਤਾ ਗੱਦੀ ਸ਼ਾਇਦ ਖਾਣ ਵਾਸਤੇ ਹੀ ਹੈ। ਪ੍ਰਿਥੀ ਚੰਦ ਦਾ ਵੀ ਇਹੀ ਖਿਆਲ ਸੀਗਾ ਵੀ ਜੇ ਮੈਨੂੰ ਗੁਰਤਾ ਗੱਦੀ ਮਿਲ ਜੇ ਤੇ ਆ ਗੋਲਕਾਂ ਦਾ ਮੈਂ ਮਾਲਕ ਬਣ ਜਾਊਂਗਾ। ਕੋਈ ਸਤਨਾਮ ਸੀ। ਪਰ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਨੇ ਗੋਲਕਾਂ ਮੰਨੀ ਗਿਆਨ ਨਹੀਂ ਦਿੱਤਾ ਗਾ। ਉਹਨਾਂ ਨੇ ਧਿਆਨ ਦਿੱਤਾ ਹੈ ਕਿ ਜਨਤਾ ਦਾ ਉਧਾਰ ਕਿਵੇਂ ਕੀਤਾ ਜਾਵੇ, ਵੱਧ ਤੋਂ ਵੱਧ ਲੋਕਾਂ ਨੂੰ ਇਸ ਗੱਲ ਨਾਲ ਜੋੜਿਆ ਜਾਵੇ। ਕੋਈ ਸਤਨਾਮ ਸੀ। ਤੋ ਖੈਰ ਮਾਤਾ ਜੀ ਦਾ ਆਪਣਾ ਖਿਆਲ ਹੈ, ਤੁਹਾਡੇ ਪੁੱਤਰਾਂ ਦਾ ਕੀ ਬਣੇਗਾ? ਤੇ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਮੈਨੂੰ ਅੱਜ ਸੱਤ ਲੱਗਦਾ ਹੈ। ਕਹਿੰਦੇ ਭਲੀਏ ਇਸ ਗੁਰੂ ਨਾਨਕ ਦੇ ਦਰ ਤੋਂ ਤਾਂ ਕੁੱਤੇ ਵੀ ਰੱਜ ਰੱਜ ਕੇ ਜਾਣਗੇ, ਤੂੰ ਸਿੱਖਾਂ ਦੀ ਕੀ ਗੱਲ ਕਰਦੀ ਹੈ? ਤੇਰੇ ਪੁੱਤਰਾਂ ਨੂੰ ਸਭ ਕੁਝ ਮਿਲੂਗਾ,
ਗੁਰਤਾ ਗੱਦੀ ਤਾਂ ਮੈਂ ਉਸ ਨੂੰ ਦੇਣੀ ਆ ਜਿਹੜਾ ਇਹਨੂੰ ਅੱਗੇ ਚਲਾ ਸਕੇ। ਕਹੋ ਸਤਿਨਾਮ। ਕਿਉਂਕਿ ਗੱਲ ਪਰਮੇਸ਼ਰ ਨੇ ਦਿੱਤੀ ਆ, ਮੈਂ ਨਹੀਂ ਚਾਹੁੰਦਾ ਕਿ ਰੁਕ ਜਾਵੇ, ਬੰਦ ਹੋ ਜਾਵੇ। ਇਸ ਕਰਕੇ ਇਸ ਦੇ ਯੋਗ ਤਾਂ ਲੈਣਾ ਹੀ ਆ, ਉਹੀ ਇਸ ਗੱਲ ਨੂੰ ਅੱਗੇ ਵਧਾ ਸਕੇਗਾ। ਹਾਂ, ਪੁੱਤਰਾਂ ਦੇ ਪ੍ਰਸ਼ਾਦੇ ਦੀ ਗੱਲ ਕਰਦੀ ਐ, ਇੱਥੋਂ ਤੱਕ ਕੁੱਤੇ ਵੀ ਰੱਜ ਰੱਜ ਜਾਣਗੇ, ਤੇਰੇ ਪੁੱਤਰਾਂ ਨੂੰ ਸਭ ਕੁਝ ਮਿਲੂਗਾ, ਫਿਕਰ ਨਾ ਕਰ ਤੂੰ। ਕਹੋ ਸਤਿਨਾਮ। ਇਸ ਕਰਕੇ ਭਾਈ ਬਾਲਾ ਜੀ ਦੇ ਮਨ ਵਿੱਚ ਇੱਛਾ ਪੈਦਾ ਹੋਈ, ਅੰਗ ਨਾ ਸਮਾਤ ਕਾਲੀ ਹੋਈ ਪਹੁੰਚ ਕੇ ਮਿਲਣ ਦੀ। ਚਲਿਓ ਤਾਹਾਂ ਤਵ ਧਾਏ ਕੈ, ਚੱਲ ਪਿਆ ਮਿਲਣ ਵਾਸਤੇ ਸਤਿਗੁਰੂ ਅੰਗਦ ਦੇਵ ਜੀ ਨੂੰ। ਕਾਰਤਕ ਦਿਵਸ ਪੁਨਿਓ ਆਏ ਸੋ ਦੀਦਾਰ ਕੀਨੋ, ਕਰੀ ਕਰ ਬੰਦ ਅਬ ਬੰਦ ਸੀਸ ਨਵਾਇ ਕੈ। ਉਹਨਾਂ ਦਿਨਾਂ ਵਿੱਚ ਕੱਤਕ ਦਾ ਮਹੀਨਾ ਚੱਲ ਰਿਹਾ ਸੀਗਾ। ਚੱਲ ਪਏ ਭਾਈ ਬਾਲਾ ਜੀ, ਜਦੋਂ ਪਤਾ ਲੱਗਿਆ ਤੁਰ ਪਏ, ਔਰ ਕੱਤਕ ਦੀ ਪੁੰਨਿਆਂ ਵਾਲੇ ਦਿਨ ਪਹੁੰਚ ਗਏ ਸਤਿਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ। ਜਾ ਦਰਸ਼ਨ ਕੀਤੇ, ਨਮਸਕਾਰ ਕੀਤੀ ਆ, ਮੱਥਾ ਟੇਕ ਕੇ। ਦੇਖਤ ਮਗਨ ਪਿਓ ਆਵਨ ਸਫਲ ਕੀਓ, ਬੈਠਿਓ ਸੁਖ ਮਾਨ ਗੁਰ ਆਇਸ ਕੋ ਪਾਇ ਕੈ। ਦੇਖਦਿਆਂ ਹੀ ਬੜਾ ਆਨੰਦ ਆਇਆ, ਮਗਨ ਹੋ ਗਿਆ। ਮੇਰਾ ਗੁਰੂ ਅੰਗਦ ਦੇਵ ਕੋਲ ਆਉਣਾ ਸਫਲਾ ਹੋ ਗਿਆ। ਗੁਰੂ ਅੰਗਦ ਨੇ ਇਸ਼ਾਰਾ ਕਰਕੇ ਬਿਠਾ ਲਿਆ, ਬਹਿ ਜਾ ਸਿੱਖਾ, ਬਹਿ ਜਾ। ਸਤ ਕਰਤਾਰ ਕੋ ਉਚਾਰ ਕੇ ਬੂਝਨ ਪੁਨ, ਕਿ ਤੂੰ ਤੋ ਆਓ ਤੁਮ ਦੀਜੀਏ ਸੁਨਾਇ ਕੈ। ਤੋ ਬਾਬੇ ਨਾਨਕ ਜੀ ਦਾ ਬੋਲਾ ਸੀ, ਜਿਵੇਂ ਆਪਾਂ ਫਤਿਹ ਬੁਲਾਉਣੇ ਆ, ਸਤਿ ਸ੍ਰੀ ਅਕਾਲ ਬੁਲਾਉਣੇ ਆ, ਤੇ ਬਾਬੇ ਨਾਨਕ ਜੀ ਦਾ ਬੋਲਾ ਸੀਗਾ ਕਰਤਾਰ ਕਰਤਾਰ। ਪਹਿਲਾ ਕਰਤਾਰ ਕਹਿੰਦਾ ਤੇ ਦੂਜਾ ਸਤ ਕਰਤਾਰ ਕਹਿੰਦਾ। ਕਹੋ ਸਤਿਨਾਮ। ਤੋ ਭਾਈ ਬਾਲਾ ਜੀ ਨੂੰ ਵੀ ਕਰਤਾਰ ਕਰਤਾਰ ਪੈ ਕਹਿਣ ਦੀ ਆਦਤ ਸੀਗੀ। ਆ ਕੇ ਉਹਨਾਂ ਨੇ ਗੁਰੂ ਅੰਗਦ ਜੀ ਨੂੰ ਕਿਹਾ ਜੀ ਕਰਤਾਰ ਕਰਤਾਰ। ਕਹਿੰਦੇ ਸਤ ਕਰਤਾਰ ਸਿੱਖਾ ਕਿੱਥੋਂ ਆਇਆ? ਜਥਾ ਸ਼ਕਤ ਜੋ ਭੇਟ ਥੀ ਆਗੇ ਧਰੀ ਬਣਾਏ। ਔਰ ਜੋ ਕੋਈ ਜਥਾ ਸ਼ਕਤ ਭੇਟਾ ਲੈ ਕੇ ਆਇਆ ਸੀ, ਉਹ ਗੁਰੂ ਅੰਗਦ ਦੇ ਚਰਨਾਂ ਵਿੱਚ ਮੱਥਾ ਟੇਕੀਆ। ਪੁਨ ਬਾਲਾ ਬੋਲਤ ਪਿਓ ਬਿਨੇ ਬਚਨ ਮੈਂ ਪਾਏ। ਔਰ ਜੋ ਆਉਂਦਿਆਂ ਹੀ ਗੁਰੂ ਅੰਗਦ ਨੇ ਪੁੱਛਿਆ ਸਿੱਖਾ ਕਿੱਥੋਂ ਆਇਆ ਹੈ? ਦੱਸਣ ਲੱਗੇ ਨਿਮਰਤਾ ਸਹਿਤ। ਚੌਪਈ ਸ਼੍ਰੀ ਅੰਗਦ ਜੀ ਸੁਨੋ ਕਿਰਪਾਲਾ, ਸੰਧੂ ਗੋਤ ਨਾਮ ਮੋਹਿ ਬਾਲਾ। ਮਹਾਰਾਜ ਜੀ ਮੈਂ ਸੰਧੂਆਂ ਦਾ ਬੱਚਾ, ਨਾਮ ਹੈ ਮੇਰਾ ਬਾਲਾ। ਅੱਛਾ। ਰਾਏ ਭੋਏ ਤਲਵੰਡੀ ਜੋ ਵਤਨ ਜਨਮ ਹਮਾਰਾ ਹੈ ਸੋ। ਕਿੱਥੋਂ ਆਏ ਹੋ ਜੀ? ਰਾਏ ਭੋਏ ਕੀ ਤਲਵੰਡੀ ਆ ਜਿਹੜੀ, ਉਹ ਸਾਡਾ ਨਗਰ ਹੈ, ਜਨਮ ਉੱਥੇ ਹੋਇਆ ਰਾਏ ਭੋਏ ਕੀ ਤਲਵੰਡੀ ਚ। ਗੁਰ ਦਰਸ਼ਨ ਕੀ ਲਾਲਸ ਪੂਰੀ, ਯਾਤੇ ਹੋ ਚਲ ਆਏ ਹਦੂਰੀ। ਅੱਜ ਕਿਵੇਂ ਆਉਣਾ ਹੋਇਆ? ਬਸ ਮਹਾਰਾਜ ਤੁਹਾਡੇ ਪਤਾ ਲੱਗਿਆ, ਤੁਹਾਡੇ ਬਾਰੇ ਦਰਸ਼ਨਾਂ ਦੀ ਇੱਛਾ ਪੈਦਾ ਹੋਈ ਤੇ ਪਹੁੰਚ ਗਏ। ਅਜਰ ਜਨ ਔਰ ਧੀਰਜ ਧਾਰੀ, ਸੁਣੀ ਆਪ ਕੀ ਮਹਿਮਾ ਭਾਰੀ। ਮੈਂ ਤੁਹਾਡੀ ਬੜੀ ਸਿਫਤ ਸੁਣੀ ਕਿ ਬਾਬੇ ਨਾਨਕ ਦੀ ਜਿਹੜੀ ਵਿਸ਼ਾਲ ਸ਼ਕਤੀ ਸੀ, ਜੇ ਸ਼ਕਤੀ ਨੂੰ ਕੋਈ ਜਣਾ ਖੜਾ ਨਹੀਂ ਸੀ ਝੱਲ ਸਕਦਾ, ਉਸ ਪਾਵਰ ਨੂੰ, ਉਸ ਅਜਰ ਸ਼ਕਤੀ ਨੂੰ ਤੁਸੀਂ ਜਰਿਆ ਆਪਣੇ ਹਿਰਦੇ ਵਿੱਚ ਵਸਾਇਆ ਹੈ। ਕਹਿ ਸ਼੍ਰੀ ਅੰਗਦ ਤੁਮ ਗੁਰ ਕੋ ਹੈ, ਕਰੋ ਚਾੜ ਨਿਜ ਮਤ ਜੋ ਹੈ। ਫਿਰ ਬਾਬਾ ਜੀ ਪੁੱਛਦੇ ਪਾਲਿਆ ਭਾਈ ਤੇਰਾ ਗੁਰੂ ਕੌਣ ਹੈ? ਮధుਰ ਬਚਨ ਸ਼ੁਭ ਮ੍ਰਿਦਲ ਸੁਪਾਹੋ, ਬਿਸ਼ਿਨ ਬਹੁ ਸਪਰਸ ਨ ਕਾਓ। ਤੂੰ ਬੜਾ ਮਿੱਠਾ ਬੋਲਦਾ ਹੈ। ਬੋਲਬੰਜ ਵਾਲਾ ਕਹਿੰਦਾ ਜਦ ਬੋਲਿਆ ਤਾਂ ਕੱਢਿਆ ਵਿਚਾਰ। ਕਹਿੰਦੇ ਤੇਰਾ ਗੁਰੂ ਕੌਣ ਹੈ? ਤੂੰ ਬੜਾ ਮਿੱਠਾ ਬੋਲਦਾ ਹੈ, ਤੇਰਾ ਬੜਾ ਚੰਗਾ ਸੁਭਾਅ ਹੈ, ਲੱਗਦਾ ਵਿਸ਼ੇ ਵਿਕਾਰਾਂ ਤੋਂ ਉੱਚਾ ਉੱਠਿਆ। ਹੱਥ ਬੰਦ ਬੋਲਿਓ ਬਚ ਬਾਲਾ, ਸਭ ਰਾਵਰ ਕੋ ਗਿਆਤ ਵਿਸਾਲਾ। ਬਾਲਾ ਕਹਿੰਦਾ ਜੀ ਤੁਹਾਨੂੰ ਪਤਾ ਨਹੀਂ ਮੇਰਾ ਗੁਰੂ ਕੌਣ ਹੈ? ਭਾਵ ਬਾਲਾ ਉਹਨਾਂ ਵਿੱਚ ਨਾਨਕ ਜੀ ਨੂੰ ਵੇਖ ਰਿਹਾ। ਮੈਂ ਜਾਨੀ ਜਾਣ ਤਾਂ ਤੁਸੀਂ ਹੈਗੇ ਹੋ, ਤੁਹਾਡੇ ਨਾਲ ਤਾਂ ਮੈਂ ਰਹਿੰਦਾ ਰਿਹਾ, ਦੂਜੇ ਰੂਪ ਚ ਆ ਕੇ ਮੈਨੂੰ ਪੁੱਛਦੇ ਹੋ ਮੇਰਾ ਗੁਰੂ ਕੌਣ ਹੈ? ਤਾਪਤ ਸੋ ਛੂਪ ਪਛਾਨਣ ਸਾਰੀ, ਸੁਨੋ ਆਪ ਮੈਂ ਕਹੋ ਸੁਧਾਰੀ। ਤੁਸੀਂ ਸਭ ਜਾਣਦੇ ਹੋ, ਤੁਹਾਨੂੰ ਕਿਹੜਾ ਪਤਾ ਨਹੀਂ ਮੇਰਾ ਗੁਰੂ ਕੌਣ ਹੈ, ਪਰ ਜੇ ਤੁਸੀਂ ਪੁੱਛਦੇ ਹੋ ਤਾਂ ਮੈਂ ਦੱਸ ਦਿੰਦਾ ਹਾਂ। ਤੇ ਭਾਈ ਬਾਲਾ ਜੀ ਕੀ ਦੱਸਦੇ ਆ ਮੇਰਾ ਕੌਣ ਗੁਰੂ ਹੈ? ਤੇ ਜਦੋਂ ਪਤਾ ਲੱਗਦਾ ਵੀ ਹਾਂ ਇਹ ਤਾਂ ਸਾਡਾ ਹੀ ਸਿੱਖ ਆ, ਪਤਾ ਤਾਂ ਸੀਗਾ ਹੀ ਪਹਿਲਾਂ ਹੀ, ਚੱਲ ਪੁੱਛਿਆ, ਬਾਲਾ ਜੀ ਦੱਸਦੇ ਆ। ਫਿਰ ਅੱਗੇ ਗੱਲ ਚੱਲਦੀ ਆ ਕਥਾ ਦੀ। ਵਿਚਾਰਾ ਇੱਥੇ ਰੁਕਦੇ ਆ, ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ।
हे अच्युत हे पार ब्रह्म अविनाशी अविनाश हे पूरन हे सर्वमय पंचन गुणतास हे संगी हे निरंकार हे निर्गुण गुण सब टेक हे गोविंद हे गुण निदान जाके सदा विवेक हे अपरंपर हर हरे ऐ हो बनहार हे संत कै सदा संग तारा आधार हे ठाकुर हूँ दास रो मैं निर्गुण गुण नहीं कोई नानक दीजय नाम दान कोई परोए आए प्रभ शरणागति कृपा नित दयाल एक अखर हर मन बसत नानक होत निहाल एक ओंकार सतगुरु तेह प्रसाद सच होए वाहिगुरु जी की फतेह विघ्न है विनाशन सोए वाहिगुरु जी की फतेह विघ्न है विनाशन सोए वाहिगुरु जी का खालसा वाहिगुरु जी की फतेह। बहुत बहुत धन्यवाद सर्वस